ਹਾਲੇਲੂਇਆ ਹਾਲੇਲੂਇਆ ਪ੍ਰੇਜ਼ ਦ ਲਾਰਡ। ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ ਮੈਂ ਤੁਹਾਡਾ ਪਾਸਟਰ ਡਿਪਟੀ ਸੁਪਰਡੈਂਟ ਸਮਰਾ ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਨਾਂ ਦੇ ਵਿੱਚ ਅੱਜ ਆਪਾਂ ਫਿਰ ਤੋਂ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਦੇ ਨਾਲ ਇੱਕ ਮਨ ਹੋਏ ਹਾਂ ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਨਾਂ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਦੇ ਮੁਤਾਬਿਕ। ਔਰ ਮੇਰਾ ਵਿਸ਼ਵਾਸ ਆ ਕਿ ਪਰਮੇਸ਼ਵਰ ਅੱਜ ਆਪਣੀ ਸਾਮਰਥ ਦੇ ਨਾਲ ਜੋ ਸਾਨੂੰ ਇਸ ਜਗ੍ਹਾ ਦੇ ਉੱਤੇ ਲੈ ਕੇ ਆਇਆ ਅਤੇ ਆਪਾਂ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਦੇ ਵਿੱਚ ਆਪਾਂ ਅੱਜ ਵਧਾਂਗੇ, ਹੋਰ ਵੀ ਕੁਝ ਸਿੱਖਣ ਨੂੰ ਮਿਲੇਗਾ। ਅੱਜ ਖਾਸ ਟੀਚਿੰਗ ਦੇ ਲਈ ਆ ਜੋ ਮੈਂ ਪਰਮੇਸ਼ਵਰ ਨੇ ਮੈਨੂੰ ਇਸ ਜਗ੍ਹਾ ਦੇ ਉੱਤੇ ਕਿ ਆਪਾਂ ਜੀਸਸ ਕ੍ਰਾਈਸਟ ਦੇ ਵਿੱਚ ਕਿਉਂ ਆਏ ਹਾਂ, ਕਿਸ ਲਈ ਆਏ ਹਾਂ, ਆਪਾਂ ਕੀ ਕਰਨਾ, ਪਰਮੇਸ਼ਵਰ ਸਾਡੇ ਤੋਂ ਕੀ ਕਰਵਾਉਣਾ ਚਾਹੁੰਦਾ ਆ, ਕਿਸ ਤਰ੍ਹਾਂ ਸਾਨੂੰ ਚੱਲਣਾ ਚਾਹੀਦਾ, ਕਿਸ ਤਰ੍ਹਾਂ ਸਾਨੂੰ ਰਹਿਣਾ ਚਾਹੀਦਾ, ਕਿਸ ਤਰ੍ਹਾਂ ਪਰਮੇਸ਼ਵਰ ਸਹੀ ਬਲੈਸਿੰਗ ਲੈ ਸਕਦੇ ਹਾਂ, ਕਿਸ ਤਰ੍ਹਾਂ ਬਲੈਸ ਹੋ ਸਕਦੇ ਹਾਂ। ਆਪਾਂ ਬਹੁਤ ਜਲਦ ਸਿੱਖਾਂਗੇ ਇਸ ਚੀਜ਼ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ। ਮੇਰਾ ਵਿਸ਼ਵਾਸ ਆ ਕਿ ਤੁਸੀਂ ਸੇਮ ਨਹੀਂ ਰਹੋਗੇ, ਤੁਸੀਂ ਵਚਨ ਨੂੰ ਸੁਣ ਕੇ ਔਰ ਵਚਨ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ ਖੁਦ ਬਾਈਬਲ ਤੋਂ ਦੇਖ ਕੇ ਤੁਸੀਂ ਸਮਝ ਸਕੋਗੇ ਕਿ ਪਰਮੇਸ਼ਵਰ ਅੱਜ ਸਾਡੇ ਨਾਲ ਖੁਦ ਆਵਨ ਗੱਲ ਕਰ ਰਿਹਾ, ਖੁਦ ਯਿਸੂ ਮਸੀਹ। ਹਾਲੇਲੂਇਆ ਆਮੀਨ। ਔਰ ਪਰਮੇਸ਼ਵਰ ਮੇਰੀ ਪ੍ਰੇਅਰ ਹੋਏਗੀ ਕਿ ਪਰਮੇਸ਼ਵਰ ਤੁਹਾਨੂੰ ਆਤਮਾ ਦੇ ਰਾਹੀਂ ਸਮਝਾਏ। ਆਓ ਆਪਾਂ ਤਿਆਰ ਕਰੀਏ ਆਪਣੇ ਆਪ ਨੂੰ ਪ੍ਰਾਰਥਨਾ ਦੇ ਲਈ। ਮੈਂ ਤੁਹਾਨੂੰ ਕਨੈਕਟ ਕਰਦਾ ਯਿਸੂ ਮਸੀਹ ਦੇ ਸਾਮਰਥੀ ਨਾਂ ਦੇ ਵਿੱਚ ਐਵਰੀ ਜਨ ਨੂੰ ਇਨ ਦਾ ਨੇਮ ਆਫ ਜੀਸਸ ਕ੍ਰਾਈਸਟ। ਮੇਰਾ ਵਿਸ਼ਵਾਸ ਹੈ ਕਿ ਤੁਸੀਂ ਸੇਮ ਨਹੀਂ ਰਹੋਗੇ, ਪ੍ਰਭੂ ਯਿਸੂ ਮਸੀਹ ਤੁਹਾਨੂੰ ਸੇਮ ਨਹੀਂ ਛੱਡੇਗਾ, ਕਿਉਂਕਿ ਪਰਮੇਸ਼ਵਰ ਬਾਈਬਲ ਦੇ ਵਿੱਚ ਲਿਖਿਆ ਪਰਮੇਸ਼ਵਰ ਸਾਨੂੰ ਆਪਣੇ ਪਵਿੱਤਰ ਕੰਮਾਂ ਦੇ ਲਈ ਚੁਣਦਾ ਠਹਿਰਾਉਂਦਾ ਤਾਂ ਕਿ ਅਸੀਂ ਫਲ ਲੈ ਕੇ ਆ ਸਕੀਏ। ਹਾਲੇਲੂਇਆ। ਔਰ ਪ੍ਰਭੂ ਯਿਸੂ ਮਸੀਹ ਸਭ ਕੁਝ ਕਰਨ ਦੀ ਸਾਮਰਥ ਰੱਖਦੇ ਆ। ਸਾਡਾ ਵਿਸ਼ਵਾਸ ਹੈ ਕਿ ਪ੍ਰਭੂ ਯਿਸੂ ਮਸੀਹ ਆਪਣੇ ਲੋਕਾਂ ਨੂੰ ਚੁਣਦਾ ਠਹਿਰਾਉਂਦਾ ਤਾਂ ਕਿ ਅਸੀਂ ਉਹਦੇ ਕੰਮਾਂ ਨੂੰ ਕਰ ਸਕੀਏ। ਹਾਲੇਲੂਇਆ। ਅੱਜ ਆਪਾਂ ਤਿਆਰ ਹੋਣਾ ਆ ਪ੍ਰਾਰਥਨਾ ਦੇ ਲਈ। ਆਪਣੇ ਆਪ ਨੂੰ ਤਿਆਰ ਕਰੋ। ਜੋ ਤੁਹਾਨੂੰ ਆਤਮਾ ਦੇ ਰਾਹੀਂ ਪ੍ਰਭੂ ਯਿਸੂ ਮਸੀਹ ਵਰਸ਼ਿਪ ਦਾ ਕੋਈ ਸੌਂਗ ਤੁਹਾਡੇ ਅੰਦਰ ਪਰਮੇਸ਼ਵਰ ਕੋਈ ਪਾਉਂਦਾ ਆ, ਉਸ ਨੂੰ ਦੁਹਰਾਉਂਦੇ ਜਾਓ ਜਦ ਤੱਕ ਮੈਂ ਪ੍ਰਾਰਥਨਾ 'ਚ ਤੁਹਾਨੂੰ ਲੈ ਕੇ ਜਾਣਾ ਚਾਹੁੰਦਾ ਹਾਂ, ਤਾਂ ਕਿ ਤੁਸੀਂ ਜਦੋਂ ਪ੍ਰਾਰਥਨਾ 'ਚ ਆਓ ਪਰਮੇਸ਼ਵਰ ਦਾ ਆਤਮਾ ਤੁਹਾਨੂੰ ਛੂਏ, ਜੁੰਬਸ਼ ਕਰੇ ਤੁਹਾਡੇ ਅੰਦਰ ਪ੍ਰਭੂ ਯਿਸੂ ਮਸੀਹ ਦੀ ਸਾਮਰਥ ਦੇ ਅਨੁਸਾਰ, ਤਾਂ ਕਿ ਤੁਸੀਂ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਨੂੰ ਜ਼ਿਆਦਾ ਤੋਂ ਜ਼ਿਆਦਾ ਦੇਖ ਸਕੋ, ਆਪਣੀ ਲਾਈਫ ਦੇ ਵਿੱਚ ਕਰ ਸਕੋ। ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਔਰ ਪਵਿੱਤਰ ਨਾਂ ਦੇ ਵਿੱਚ ਮੇਰਾ ਵਿਸ਼ਵਾਸ ਆ ਤੁਸੀਂ ਸੇਮ ਨਹੀਂ ਰਹੋਗੇ। ਜਿੱਦਾਂ ਪਰਮੇਸ਼ਵਰ ਦਾ ਆਤਮਾ ਤੁਹਾਡੀ ਲਾਈਫ ਦੇ ਉੱਤੇ ਜੁੰਬਸ਼ ਕਰੇਗਾ, ਤੁਸੀਂ ਦੇਖੋਗੇ ਕਿ ਪਰਮੇਸ਼ਵਰ ਤੁਹਾਨੂੰ ਪਵਿੱਤਰਤਾ ਦੇ ਨਾਲ, ਗ੍ਰੇਸ ਦੇ ਨਾਲ ਭਰ ਰਿਹਾ ਪ੍ਰਭੂ ਯਿਸੂ ਮਸੀਹ। ਹਾਲੇਲੂਇਆ। ਮੇਰਾ ਵਿਸ਼ਵਾਸ ਹੈ ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਨਾਂ ਦੇ ਵਿੱਚ। ਔਰ ਵਿਸ਼ਵਾਸ ਦੇ ਦੁਆਰਾ ਬਾਈਬਲ ਲਿਖੀ ਗਈ ਹੈ। ਵਿਸ਼ਵਾਸ ਦੇ ਦੁਆਰਾ ਆਪਾਂ ਦੇਖਦੇ ਹਾਂ ਕਿ ਪੌਲਸ ਨੇ ਔਰ ਹਰ ਇੱਕ ਪਰਮੇਸ਼ਵਰ ਦੇ ਦਾਸ ਸੇਵਕ ਨੇ, ਸੰਤ ਨੇ ਪਰਮੇਸ਼ਵਰ ਦਾ ਉਧਾਰ ਨੂੰ ਗ੍ਰਹਿਣ ਕੀਤਾ, ਪਰਮੇਸ਼ਵਰ ਦੀ ਸਾਮਰਥ ਨੂੰ ਗ੍ਰਹਿਣ ਕੀਤਾ ਅਤੇ ਵਿਸ਼ਵਾਸ ਦੇ ਦੁਆਰਾ ਸਾਰੇ ਕੰਮ ਪ੍ਰਭੂ ਯਿਸੂ ਮਸੀਹ ਦੇ ਹੋਏ ਆ ਅਤੇ ਵਿਸ਼ਵਾਸ ਦੇ ਦੁਆਰਾ ਸਾਰਾ ਕੁਛ ਸੰਭਵ ਹੋਇਆ ਯਿਸੂ ਮਸੀਹ ਦੇ ਸਾਮਰਥੀ ਨਾਂ ਦੇ ਵਿੱਚ। ਆਮੀਨ। ਆਪਾਂ ਦੇਖਾਂਗੇ ਪ੍ਰਭੂ ਯਿਸੂ ਮਸੀਹ ਸਭ ਕੁਝ ਕਰ ਸਕਦੇ ਆ ਅੱਜ ਵੀ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਾਨੂੰ ਪਵਿੱਤਰ ਹਜ਼ੂਰੀ ਦੇ ਨਾਲ ਭਰਨ ਦੀ ਸਾਮਰਥ ਰੱਖਦੇ ਆ। ਅਸੀਂ ਦੇਖਾਂਗੇ ਕਿ ਪਰਮੇਸ਼ਵਰ ਬਾਕੀ ਸਾਡੀ ਜੋ ਲਾਈਫ ਦੇ ਵਿੱਚ ਹੋਣਾ ਚਾਹੀਦਾ ਆ ਉਹ ਪਰਮੇਸ਼ਵਰ ਕਰਨਾ ਜੋ ਚਾਹੁੰਦਾ ਆ, ਜੋ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੀ ਲਾਈਫ 'ਚ ਕੁਝ ਹੋਏ, ਉਹ ਕਿਸ ਤਰ੍ਹਾਂ ਹੋਣਾ ਆ, ਕਿਸ ਤਰੀਕੇ ਦੇ ਨਾਲ ਪਰਮੇਸ਼ਵਰ ਸਾਡੀ ਲਾਈਫ 'ਚ ਕਰੇਗਾ, ਆਪਾਂ ਸਿੱਖਾਂਗੇ ਯਿਸੂ ਮਸੀਹ ਦੇ ਨਾਂ ਦੇ ਵਿੱਚ। ਆਮੀਨ। ਹਾਲੇਲੂਇਆ। ਚਲੋ ਆਪਾਂ ਪ੍ਰਾਰਥਨਾ ਦੇ ਵੀ ਜਾਈਏ। ਜਿੰਨੇ ਮੇਰੇ ਭੈਣ ਭਰਾ ਦੇਖਦੇ ਨੇ, ਤੁਸੀਂ ਰੱਬ ਦੀ ਆਵਾਜ਼ TV 'ਤੇ, ਫੇਸਬੁੱਕ 'ਤੇ ਜਾਂ YouTube ਦੇ ਉੱਤੇ ਜੋ ਜਿਸ ਤਰ੍ਹਾਂ ਵੀ ਜੁੜੇ ਹੋਏ ਹੋ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ, ਆਪਾਂ ਪ੍ਰਾਰਥਨਾ 'ਚ ਆਉਂਦੇ ਹਾਂ। ਆਪਣੇ ਹੱਥਾਂ ਨੂੰ ਉਠਾਉਣਾ। ਤੁਸੀਂ ਜਿਸ ਜਗ੍ਹਾ 'ਤੇ ਵੀ ਹੋ, ਤੁਸੀਂ ਆਪਣੇ ਫੋਨ 'ਚ ਦੇਖਦੇ ਹੋ ਜਾਂ ਘਰ ਦੇ ਵਿੱਚ ਬੈਠ ਕੇ ਫੈਮਿਲੀ ਦੇ ਦੁਆਰਾ ਦੇਖ ਰਹੇ ਹੋ, ਸਾਰੇ ਜਣੇ ਪ੍ਰਭੂ ਯਿਸੂ ਮਸੀਹ ਤੁਹਾਨੂੰ ਬਲੈਸ ਕਰੇ ਇਨ ਦਾ ਨੇਮ ਆਫ ਜੀਸਸ ਕ੍ਰਾਈਸਟ। ਮੇਰਾ ਵਿਸ਼ਵਾਸ ਹੈ ਕਿ ਤੁਸੀਂ ਸੇਮ ਨਹੀਂ ਰਹੋਗੇ ਇਨ ਦਾ ਨੇਮ ਆਫ ਜੀਸਸ ਕ੍ਰਾਈਸਟ। ਆਮੀਨ। ਹਾਲੇਲੂਇਆ। ਆਓ ਆਪਾਂ ਅੱਖਾਂ ਨੂੰ ਬੰਦ ਕਰੀਏ, ਆਪਣੇ ਹੱਥਾਂ ਨੂੰ ਆਕਾਸ਼ ਵੱਲ ਯਾਨੀ ਸਵਰਗ ਵੱਲ ਕਰੀਏ ਔਰ ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਨਾਂ ਦੇ ਵਿੱਚ ਆਪਾਂ ਪ੍ਰਾਰਥਨਾ ਦੇ ਵਿੱਚ ਜਾਈਏ। ਸਰਵਸ਼ਕਤੀਮਾਨ ਪਰਮੇਸ਼ਵਰ ਯਿਸੂ ਮਸੀਹ ਨਾਸਰੀ ਔਰ ਪਿਤਾ ਪਰਮੇਸ਼ਵਰ ਜੀ, ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਮੇਰੇ ਪਿਤਾ, ਤੇਰਾ ਅਭਿਸ਼ੇਕ, ਤੇਰੀ ਸਾਮਰਥ ਹਰ ਇੱਕ ਭੈਣ ਭਰਾ ਦੇ ਜੀਵਨ ਦੇ ਵਿੱਚ ਸਮਾ ਜਾਵੇ ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਔਰ ਪਵਿੱਤਰ ਨਾਂ ਦੇ ਵਿੱਚ। ਪਿਤਾ ਪਰਮੇਸ਼ਵਰ, ਮੈਂ ਪੂਰੇ ਯੂਕੇ ਦੇ ਲਈ ਪਿਤਾ ਪਰਮੇਸ਼ਵਰ ਪ੍ਰਾਰਥਨਾ ਕਰਦਾ ਯਿਸੂ ਮਸੀਹ ਦੇ ਨਾਂ ਦੇ ਵਿੱਚ, ਤੇਰੀ ਮਹਾਨ ਪਰਮੇਸ਼ਵਰ ਪਵਿੱਤਰ ਸਾਮਰਥ ਇਸ ਯੂਕੇ ਦੇ ਵਿੱਚ ਆਏ, ਤੇਰਾ ਵਚਨ ਫੈਲੇ, ਤੇਰੀ ਮਹਿਮਾ ਨੂੰ ਲੋਕ ਜਾਣ ਸਕਣ, ਦੇਖ ਸਕਣ ਯਿਸੂ ਮਸੀਹ ਦੇ ਨਾਂ ਦੇ ਵਿੱਚ, ਔਰ ਤੇਰੀ ਮਹਿਮਾ ਵਡਾਈ ਕਰ ਸਕਣ। ਪਿਤਾ ਪਰਮੇਸ਼ਵਰ ਏਸ਼ੀਅਨ ਕੰਟਰੀਆਂ ਲਈ, ਯੂਰਪ ਲਈ ਔਰ ਮਹਾਨ ਪਰਮੇਸ਼ਵਰ ਹਰ ਪੂਰੇ ਵਰਲਡ ਦੀ ਹਰ ਇੱਕ ਕੰਟਰੀ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ ਯਿਸੂ ਮਸੀਹ ਦੇ ਸਾਮਰਥੀ ਨਾਂ ਦੇ ਵਿੱਚ। ਹਰ ਤੁਹਾਡੇ ਬੱਚਿਆਂ ਲਈ ਪ੍ਰਾਰਥਨਾ ਕਰਦੇ, ਕਲੀਸਿਆਂ ਲਈ, ਸੰਤਾਂ, ਸੇਵਕਾਂ, ਦਾਸਾਂ ਦੇ ਲਈ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ। ਪਿਤਾ ਪਰਮੇਸ਼ਵਰ ਸਭ ਨੂੰ ਬਲੈਸ ਕਰਨਾ ਇਨ ਦਾ ਨੇਮ ਆਫ ਜੀਸਸ ਕ੍ਰਾਈਸਟ। ਤੇਰੇ ਬੱਚੇ ਬਲੈਸ ਹੋ ਸਕਣ ਯਿਸੂ ਮਸੀਹ ਦੇ ਨਾਂ ਦੇ ਵਿੱਚ। ਮੈਂ ਤੇਰਾ ਦਾਸ ਹੋਣ ਦੇ ਨਾਤੇ ਘੋਸ਼ਿਤ ਕਰਦਾ ਜਿਹੜੇ ਭੈਣ ਭਰਾ ਦੇਖਦੇ ਆ ਇਹ ਬਲੈਸਿੰਗ ਨੂੰ ਗ੍ਰਹਿਣ ਕਰਨ ਯਿਸੂ ਮਸੀਹ ਦੇ ਨਾਂ ਦੇ ਵਿੱਚ। ਬਲੈਸਿੰਗ ਇਹਨਾਂ ਦੀ ਲਾਈਫ ਦਾ ਹਿੱਸਾ ਹੋਵੇ ਯਿਸੂ ਮਸੀਹ ਦੇ ਨਾਂ ਦੇ ਵਿੱਚ।
पिता मैं नहीं, तेरा आत्मा काम करे, तेरी सामर्थ काम करे, तेरा अभिषेक काम करे। अज मैं नहीं, तेरा आत्मा इन्हां लई बोले यीशु मसीह इन्हां दे विच। मेरा विश्वास है प्रभु जद वचन सुनाया जाए, ये वचन इन्हां दे हिरदियां विच, दिलां दिमागां दे विच लिखिया जाए यीशु मसीह नां दे विच, और जो कुछ तेरे वल्लों आ वो अज प्रभु यीशु मसीह नां दे विच इस जगह दे उत्ते प्रगट होवे। हे मेरे पिता तू संपूर्ण है, तू सब कुछ करन दी सामर्थ रखदा यीशु मसीह नां दे विच। पिता तेरे वचन नूं सुन के असीं फल लैके आ सकीए और फलों के विच असीं बने रह सके यीशु मसीह नाम दे विच, क्योंकि हर टाणी तेरे फलों तो पछाणी जाती है। पिता परमेश्वर तेरी महिमा तेरी वड्याई तो पछाणी जाती है। अज असीं तेरी महिमा तेरी वड्याई नूं करिए यीशु मसीह नाम दे विच। ओ रिखा रामा ना नमा सखरा रिबा ना शारा रखा नमा सखरा रिबा सखरा बारा रिखा नमा सखरा रिबा नमा शिखरा बारा रिखा सखरा बारा रबरा बरबा शिवारा बारा रिखा नमा सखरा रिबा नमा सीखा सखरा बारा रिबा नमा सीखरा बारा रिखा नमा सखरा रिबा। पिता तेरे बच्चे अज ब्लैस होण यीशु मसीह नाम दे विच। अज ब्लैसिंग इन्हां दे जीवन का हिस्सा होवे यीशु मसीह नाम दे विच। हर एक अंधकार की ताकत इन्हां दी जीवन दे विचों छड्ड के जांदी रहे यीशु मसीह नाम दे विच। हर प्रॉब्लम बीमारियां कमजोरियां छड्ड के जांदियां रहन, रुकावटां मरियां छड्ड के जांदियां रहन यीशु मसीह नाम दे विच। हर जादू टूने नूं मैं डांटदा पिता वो इन्हां दी लाइफ तो हटे निकले और जाए यीशु मसीह नाम दे विच। तेरे बच्चे तेरी ब्लैसिंग नूं ग्रहण करन। पिता परमेश्वर मैं ब्लैस घोषित करदा इन्हां दी लाइफ नूं यीशु मसीह नाम दे विच। हर शैतान दी ताकत इन्हां दी लाइफ नूं छड्ड के जांदी रहे। पिता तेरी ब्लैसिंग इन्हां दे उपर आए यीशु मसीह नाम दे विच। पिता परमेश्वर तेरी सामर्थ इन्हां दे उपर आए यीशु मसीह नाम दे विच। हर घराने नूं मैं ब्लैस करदा पिता परमेश्वर तेरे पवित्र नाम दे विच जो जाणिया पछाणिया जांदा। पिता परमेश्वर तेरी महिमा हर घराने दे उत्ते होवे यीशु मसीह नाम दे विच। तेरी महिमा तेरी वड्याई करन तेरे लोक यीशु मसीह नाम दे विच। हर डॉक्यूमेंट इन्हां दे रास्ते ओपन होण यीशु मसीह नाम दे विच। इन्हां दे बच्चे स्टडी च बदन यीशु मसीह नाम दे विच। पिता परमेश्वर मैरिज लाइफां फलवंत होण इन द नेम ऑफ जीसस क्राइस्ट। जो भैणां भरावां दी मैरिज विच प्रॉब्लम्स आ यीशु मसीह नाम दे विच ओ मैरिज प्रॉब्लम छड्ड के जांदियां ने यीशु मसीह नाम दे विच। हर शैतान दी ताकत इन्हां नूं छड्ड के जांदी है यीशु मसीह नाम दे विच। हर बदसूरती बीमारियां मरियां छड्ड के जांदियां ने यीशु मसीह नाम दे विच। पिता तेरा अभिषेक इन्हां जीवन ते आए गिरना गिराउण वाली गंदी आत्मा यीशु मसीह नाम दे विच मैं डांटदा निकले और जाए यीशु मसीह नाम दे विच। हर शैतान दी आत्मा नूं मैं डांटदा यीशु मसीह नाम दे विच। हर बुरी आत्मा नूं मैं डांटदा यीशु मसीह नाम दे विच। हर कीते कराए नूं महान परमेश्वर मैं यीशु मसीह नाम दे विच डांटदा निकले और जाए यीशु मसीह नाम दे विच। हर शैतान की ताकत कमजोर पाई यीशु मसीह नाम दे विच। हर बैरी का बार खत्म हो जाए यीशु मसीह नाम दे विच। तेरे वचन च लिखा पिता हर हथियार जो तेरे विरुद्ध बनाया जाए निकम्मा ठहरेगा। अज तेरे बच्चों के विरुद्ध जिन्ने भी शैतानी हथियार ने निकम्मे ठहरन इन द नेम ऑफ जीसस क्राइस्ट यीशु मसीह नाम दे विच। मेरे पिता परमेश्वर तेरे वचन च लिखा ना तुसीं क्या मैं छड्डांगा ना मैं त्यागांगा। सचमुच ना तुसीं छड्डदे आ ना त्यागदे आ प्रभु। अज तेरा आत्मा तेरा मसा अज इन्हां दे जीवन दे विच काम करे यीशु मसीह नाम दे विच। पिता परमेश्वर तेरी सामर्थ काम करे इन द नेम ऑफ जीसस क्राइस्ट। हे मेरे पिता तेरा अभिषेक काम करे प्रभु यीशु मसीह तेरी सामर्थ काम करे। शैतान दियां गंदियां ताकतां नशे दियां गंदियां ताकतां विचार दियां गंदियां ताकतां प्रॉब्लमां बीमारियां मरियां लड़ाइयां कलेश वालियां गंदियां आत्मा मैं डांटदा यीशु मसीह नाम दे विच निकलन ते चलिए यीशु मसीह नाम दे विच। हर गुस्से क्रोध वालियां गंदियां आत्मा मैं डांटदा यीशु मसीह नाम दे विच जान इन द नेम ऑफ जीसस क्राइस्ट यीशु मसीह नाम दे विच गो इन द नेम ऑफ जीसस क्राइस्ट। पिता परमेश्वर हर बेफजूल खर्ची नूं मैं डांट देना इन्हां दी लाइफ दे विचों। हर बीमारियां नूं प्रॉब्लम नूं मैं डांट देना यीशु मसीह नाम दे विच। इन्हां दी गरीबी नूं मैं डांट देना है इन्हां दी लाइफ दा हिस्सा नहीं है मेरे पिता परमेश्वर। हर शैतान दी ताकत नूं मैं डांट देना यीशु मसीह नाम दे विच। मैं तेरा दास होण दे नाते तेरे लोकां नूं घोषित करदा हां कि ब्लैस ने यीशु मसीह नाम दे विच इन द नेम ऑफ जीसस क्राइस्ट यीशु मसीह नाम दे विच। हर केस इन्हां दा हल हो यीशु मसीह नाम दे विच। हर प्रॉब्लम इन्हां दे हल दे नाले टेस्टमनी दे नाले खड़े होण यीशु मसीह नाम दे विच इन द नेम ऑफ जीसस क्राइस्ट। पिता हर शैतान दी ताकत इन्हां नूं छड्ड के जांदी रहे यीशु मसीह नाम दे विच गो इन द नेम ऑफ जीसस क्राइस्ट फायर इन द नेम ऑफ जीसस क्राइस्ट फायर इन द नेम ऑफ जीसस क्राइस्ट इन द नेम ऑफ जीसस क्राइस्ट। पिता मैं तेरे लहू दे अंदर इन्हां नूं कवर करदा यीशु मसीह नाम दे विच। हर शैतान दी ताकत तेरे बच्चों नूं छड्ड के जांदी रहे यीशु मसीह नाम दे विच। हर बुरी ताकत छड्ड के जाती रहे यीशु मसीह नाम दे विच। हर शैतानी ताकतां छड्ड के जांदियां रहन। हर शैतानी ताकतां इन्हां दी लाइफ दा हिस्सा नहीं है पिता परमेश्वर यीशु मसीह नाम दे विच छड्ड के जांदे रहन इन द नेम ऑफ जीसस क्राइस्ट। मैं तेरे हत्थां दे विच दिना तेरे बच्चों नूं प्रभु यीशु मसीह नाम दे विच। पिता परमेश्वर तेरी आत्मा दे द्वारा शरीर और आत्मा दे विच फलवंत होण। पिता परमेश्वर तेरी महिमा नूं करन तेरे राज्य दे वधाउण तेरी महिमा तेरी वड्याई नूं अगे लेके जाण यीशु मसीह नाम दे विच। हर शैतान दी ताकत इन्हां दी लाइफ नूं छड्ड के जांदी रहे। जॉब विच ब्लैस होण
ਬਿਜ਼ਨਸ 'ਚ ਬਲੈਸ ਹੋਣ, ਸਟੱਡੀ 'ਚ ਬਲੈਸ ਹੋਣ, ਮੈਰਿਜ ਲਾਈਫ ਘਰਾਣਿਆਂ ਦੇ ਵਿੱਚ ਬਲੈਸ ਹੋਣ ਯਿਸੂ ਮਸੀਹ ਦੇ ਨਾਮ ਵਿੱਚ। ਮੈਂ ਬਲੈਸਿੰਗ ਘੋਸ਼ਿਤ ਕਰਦਾ ਇਹਨਾਂ ਦੀ ਲਾਈਫ ਦੇ ਵਿੱਚ। ਇਹ ਬਲੈਸ ਨੇ ਇਨ ਦਾ ਨੇਮ ਆਫ ਜੀਸਸ ਕਰਾਈਸਟ। ਕੋਈ ਸ਼ੈਤਾਨ ਇਹਨਾਂ ਦੀ ਲਾਈਫ ਨੂੰ ਰੋਕ ਨਹੀਂ ਸਕਦਾ ਪਿਤਾ। ਮੇਰਾ ਵਿਸ਼ਵਾਸ ਆ ਇਹ ਤੇਰੀ ਚੁਣੀ ਹੋਈ ਸੰਤਾਨ ਇਨ ਦਾ ਨੇਮ ਆਫ ਜੀਸਸ ਕਰਾਈਸਟ। ਮੈਂ ਘੋਸ਼ਿਤ ਕਰਦਾ, ਹਰ ਕਮਾਂਡ ਕਰਦਾ, ਡੈਵਲ ਇਹਨਾਂ ਦੀ ਲਾਈਫ ਨੂੰ ਛੱਡੇ, ਨਿਕਲੇ ਔਰ ਚਲਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਗੋ ਇਨ ਦਾ ਨੇਮ ਆਫ ਜੀਸਸ ਕਰਾਈਸਟ, ਯਿਸੂ ਮਸੀਹ ਦੇ ਨਾਮ ਦੇ ਵਿੱਚ। ਪਿਤਾ ਪਰਮੇਸ਼ਰ ਉਲਟੀਆਂ ਦੁਆਰਾ ਜਾਂ ਪ੍ਰੋਬਲਮ ਜਿੰਨੀਆਂ ਵੀ ਕੀਤਾ ਕਰਾਇਆ ਖਾਦਾ ਕਰਾਇਆ ਇਹਨਾਂ ਦੀ ਲਾਈਫ ਤੋਂ ਨਿਕਲੇ ਔਰ ਜਾਈ ਯਿਸੂ ਮਸੀਹ ਦੇ ਨਾਮ ਦੇ ਵਿੱਚ। ਯਿਸੂ ਮਸੀਹ ਦੇ ਨਾਮ ਦੇ ਵਿੱਚ ਸ਼ੈਤਾਨ ਦੀਆਂ ਗੰਦੀਆਂ ਤਾਕਤਾਂ ਨਾਸ਼ ਹੋ ਜਾਣ ਇਹਨਾਂ ਦੀ ਲਾਈਫ ਦੇ ਵਿੱਚ ਯਿਸੂ ਮਸੀਹ ਦੇ ਨਾਮ ਦੇ ਵਿੱਚ। ਮੈਂ ਵਿਸ਼ਵਾਸ ਕਰਦਾ ਤੁਸੀਂ ਸਭ ਕੁਝ ਕਰਨ ਦੀ ਸਾਮਰਥ ਰੱਖਦੇ ਆ ਪਿਆਰੇ ਯਿਸੂ ਮਸੀਹ ਦੇ ਨਾਮ ਦੇ ਵਿੱਚ। ਪਿਤਾ ਪਰਮੇਸ਼ਰ ਜੋ ਇਹ ਵਚਨ ਨੂੰ ਸੁਣਨ, ਫਲ ਲੈ ਕੇ ਆ ਸਕਣ ਇਨ ਦਾ ਨੇਮ ਆਫ ਜੀਸਸ ਕਰਾਈਸਟ, ਆਮੀਨ, ਹਾਲੇਲੂਇਆ। ਪ੍ਰੇਜ਼ ਦਾ ਲਾਰਡ। ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਔਰ ਪਵਿੱਤਰ ਨਾਮ ਦੇ ਵਿੱਚ ਮੈਂ ਤੁਹਾਡਾ ਪਾਸਟਰ ਡਿਪਟੀ ਸੁਪਰਨ, ਮੇਰਾ ਵਿਸ਼ਵਾਸ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਆਤਮਾ ਤੁਹਾਡੀ ਲਾਈਫ ਨੂੰ ਬਣਾਏ ਔਰ ਬਲੈਸ ਕਰੇ। ਆਪਾਂ ਵਿਸ਼ਵਾਸ ਕਰਦੇ ਹਾਂ ਕਿ ਪਰਮੇਸ਼ਵਰ ਸਾਡੇ ਨਾਲ ਆ। ਅੱਜ ਵੀ ਪ੍ਰਭੂ ਯਿਸੂ ਮਸੀਹ ਸਾਰਾ ਕੁਝ ਕਰਨ ਦੀ ਤਾਕਤ ਰੱਖਦੇ ਆ। ਔਰ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਪਰਮੇਸ਼ਵਰ ਨੇ ਸਾਨੂੰ ਇਸ ਜਗ੍ਹਾ ਦੇ ਉੱਤੇ ਕਿਉਂ ਲਿਆਂਦਾ, ਸਾਨੂੰ ਪਰਮੇਸ਼ਵਰ ਨੇ ਚੁਣਿਆ ਕਿਉਂ ਆ, ਕਿਉਂ ਪਰਮੇਸ਼ਵਰ ਨੇ ਸਾਨੂੰ ਆਪਣੇ ਬੇਟੀ ਔਰ ਬੇਟਾ ਹੋਣ ਦਾ ਅਧਿਕਾਰ ਦਿੱਤਾ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਸਾਨੂੰ ਬਾਈਬਲ ਦੱਸਦੀ ਹੈ ਕਿ ਪਰਮੇਸ਼ਵਰ ਨੇ ਸਾਨੂੰ ਇੰਨਾ ਪ੍ਰੇਮ ਕੀਤਾ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ, ਅਤੇ ਉਹ ਇਕਲੌਤੇ ਪੁੱਤਰ ਨੇ ਸਾਰੇ ਪਾਪਾਂ ਨੂੰ ਉਠਾਇਆ, ਮਾਰਿਆ ਗਿਆ, ਗਾੜਿਆ ਗਿਆ, ਫਿਰ ਤੋਂ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ ਤਾਂ ਕਿ ਅਸੀਂ ਜੀ ਸਕੀਏ ਉਸ ਦੇ ਪਵਿੱਤਰ ਨਾਂ ਦੇ ਵਿੱਚ। ਹਾਲੇਲੂਇਆ, ਆਮੀਨ। ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਨਾਂ ਦੇ ਵਿੱਚ ਅੱਜ ਦਾ ਜਿਹੜਾ ਵਚਨ ਹੈ ਆਪਾਂ ਵਚਨ 'ਚ ਜਾਵਾਂਗੇ। ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਨਾਂ ਦੇ ਵਿੱਚ ਲੁਕਾ ਦੀ ਕਿਤਾਬ ਨੂੰ ਖੋਲਾਂਗੇ। ਲੁਕ ਚੈਪਟਰ ਨੰਬਰ 9 ਯਾਨੀ 9 ਵਰਸਸ 23 ਯਾਨੀ 23। ਮੈਂ 23 ਨੂੰ ਪੜ੍ਹਾਂਗਾ। ਲੁਕਾ 9 ਉਹਦੀ 23 ਨੂੰ, ਚੈਪਟਰ ਨੰਬਰ 9 23 ਵਰਸਸ। ਹਾਲੇਲੂਇਆ। ਪਰਮੇਸ਼ਵਰ ਦਾ ਆਤਮਾ ਤੁਹਾਨੂੰ ਬਲੈਸ ਕਰੇ। ਮੇਰਾ ਵਿਸ਼ਵਾਸ ਹੈ ਯਿਸੂ ਮਸੀਹ ਦੇ ਨਾਂ ਦੇ ਵਿੱਚ ਤੁਸੀਂ ਸੇਮ ਨਹੀਂ ਰਹੋਗੇ। ਪਰਮੇਸ਼ਵਰ ਦਾ ਆਤਮਾ ਤੁਹਾਨੂੰ ਬਲੈਸ ਕਰੇਗਾ ਜੀ ਯਿਸੂ ਮਸੀਹ ਦੇ ਨਾਂ ਦੇ ਵਿੱਚ। ਹਾਲੇਲੂਇਆ। बाइबल ਦੇ ਵਿੱਚ ਲਿਖਿਆ, ਜਦੋਂ ਆਪਾਂ 23 ਨੂੰ पढ़ते, उसने सबसे कहा यदि कोई मेरे पीछे आना चाहे तो अपने आप से इनकार करे और प्रतिदिन अपना क्रूस उठाए और हुए मेरे पीछे हो ले। हालेलुया, आमीन। बाइबल ਦੇ ਵਿੱਚ ਲਿਖਿਆ ਕਿ ਉਹਨੇ ਸਭ ਨੂੰ ਕਿਹਾ। ਉਹਨੇ ਕਿਸਨੇ? ਯਾਨੀ ਕਿ ਯਿਸੂ ਮਸੀਹ ਨੇ ਸਾਰਿਆਂ ਨੂੰ ਕਿਹਾ। ਕਹਿੰਦਾ ਜੇ ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਆ ਉਹ ਆਪਣੇ ਆਪ ਦਾ ਇਨਕਾਰ ਕਰੇ। ਪਹਿਲਾ ਪੁਆਇੰਟ ਆਪਣੇ ਆਪ ਦਾ ਯਾਨੀ ਇਨਕਾਰ ਕਰੇ। ਸੈਕਿੰਡ ਪੁਆਇੰਟ ਕਹਿੰਦਾ ਉਹ ਕਰੂਸ ਨੂੰ ਉਠਾਏ। ਥਰਡ ਪੁਆਇੰਟ ਕਹਿੰਦਾ ਫਿਰ ਮੇਰੇ ਪਿੱਛੇ ਚਲਾਵੇ। ਹਾਲੇਲੂਇਆ। ਆਪਾਂ ਅੱਜ ਪਰਮੇਸ਼ਵਰ ਦੀ ਵਚਨ ਨੂੰ ਸਮਝਣਾ ਆ। ਪਰਮੇਸ਼ਵਰ ਦਾ ਵਚਨ ਕਹਿੰਦਾ ਅਗਰ ਜੇ ਮੇਰੇ ਕੋਈ ਪਿੱਛੇ ਆਉਣਾ ਚਾਹੁੰਦਾ ਆ ਉਹ ਆਪਣੇ ਆਪ ਦਾ ਇਨਕਾਰ ਕਰਕੇ ਆਏ, ਯਾਨੀ ਆਪਣੇ ਆਪ ਦਾ ਇਨਕਾਰ ਕਰਦੇ ਔਰ ਕਰੂਸ ਨੂੰ ਉਠਾਏ। ਇਨਕਾਰ ਦਾ ਮਤਲਬ ਆ ਅਗਰ ਮੈਂ ਤੁਹਾਨੂੰ ਦੱਸਾਂ ਕਿ ਇੱਕ ਡੈੱਡ ਬੋਡੀ ਆਪਾਂ ਲੈ ਲਈਏ, ਇੱਕ ਮਰਿਆ ਇਨਸਾਨ ਆ, ਅਗਰ ਉਹਦਾ ਆਪਾਂ ਮਜ਼ਾਕ ਉਡਾਵਾਂਗੇ ਉਹਨੂੰ ਕੋਈ ਫਰਕ ਨਹੀਂ ਪੈਣਾ। ਉਹਨੂੰ ਆਪਾਂ ਸ਼ਰਮਿੰਦਾ ਕਰਾਂਗੇ ਉਹਨੂੰ ਕੋਈ ਫਰਕ ਨਹੀਂ ਪੈਣਾ, ਕਿਉਂਕਿ ਉਹ ਮਰ ਚੁੱਕਾ ਆ। ਉਹਦੀ ਬੋਡੀ ਇਨਕਾਰ ਕਰ ਚੁੱਕੀ ਆ ਕਿ ਮੈਂ ਇਸ ਸੰਸਾਰ ਦੀ ਨਹੀਂ ਹਾਂ ਹੁਣ। ਕਿਉਂਕਿ ਜਦ ਤੱਕ ਬੰਦਾ ਸੰਸਾਰ ਦੇ ਵਿੱਚ ਆ ਉਹਦਾ ਮਜ਼ਾਕ ਉਡਾਏਗਾ ਤਾਂ ਉਹਨੂੰ ਗੁੱਸਾ ਆਏਗਾ। ਅਗਰ ਉਹਦੀ ਤਾਰੀਫ ਕਰੇਗਾ ਉਹ ਖੁਸ਼ ਹੋਏਗਾ। ਪਰ ਅਗਰ ਡੈੱਡ ਬੋਡੀ ਨੂੰ ਆਪਾਂ ਦੇਖੀਏ ਉਹਦੀ ਤਾਰੀਫ ਕਰੋਗੇ ਉਹ ਤਦ ਵੀ ਨਹੀਂ ਪ੍ਰਸੰਨ ਹੋਏਗੀ। ਉਹਦਾ ਮਜ਼ਾਕ ਉਡਾਵਾਂਗੇ ਉਹ ਤਦ ਵੀ ਗੁੱਸੇ ਨਹੀਂ ਹੋਏਗੀ। ਕਿਉਂਕਿ ਉਹ ਸੰਸਾਰ ਤੋਂ ਖਤਮ ਹੋ ਚੁੱਕੀ ਹੈ। ਯਿਸੂ ਮਸੀਹ ਕਹਿੰਦਾ ਇਸੇ ਤਰ੍ਹਾਂ ਇੱਕ ਡੈੱਡ ਬੋਡੀ ਦੀ ਤਰ੍ਹਾਂ ਤੁਸੀਂ ਆਪਣੇ ਆਪ ਦਾ ਇਨਕਾਰ ਕਰਨਾ ਆ। ਇਨਕਾਰ ਕਰਕੇ ਕਹਿੰਦਾ ਮੇਰੇ ਕਰੂਸ ਨੂੰ ਉਠਾਉਣਾ ਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਯਹੂਨਾ 3:3 ਵਿੱਚ ਲਿਖਿਆ, ਜਦੀ ਕੋਈ ਮੇਰੇ ਵਿੱਚ ਨਵਾਂ ਜਨਮ ਨਹੀਂ ਲੈ ਲੈਂਦਾ ਸਵਰਗ ਰਾਜ ਨੂੰ ਨਹੀਂ ਦੇਖ ਸਕਦਾ। ਜਦ ਤੱਕ ਅਸੀਂ ਆਪਣੇ ਆਪ ਨੂੰ ਡੈੱਡ ਨਹੀਂ ਕਰ ਦਿੰਦੇ ਆਪਣੀ ਨਿਗਾਹ ਦੇ ਵਿੱਚ, ਤਦ ਤੱਕ ਪਰਮੇਸ਼ਵਰ ਸਾਨੂੰ ਜੀਵਤ ਨਹੀਂ ਕਰ ਸਕਦਾ। ਤਦ ਤੱਕ ਪਰਮੇਸ਼ਵਰ ਸਾਨੂੰ ਜਿਉਂਦਾ ਨਹੀਂ ਕਰ ਸਕਦਾ। ਨਵਾਂ ਜਨਮ ਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਨੂੰ ਮਰਨਾ ਪਏਗਾ ਫਿਰ ਨਵਾਂ ਜਨਮ ਲੈਣਾ ਪਵੇਗਾ। ਨਵੇਂ ਜਨਮ ਦਾ ਮਤਲਬ ਹੈ ਕਿ ਸਾਨੂੰ ਆਪਣੇ ਆਪ ਦਾ ਇਨਕਾਰ ਕਰਨਾ ਪਵੇਗਾ ਔਰ ਪਰਮੇਸ਼ਵਰ ਦੇ ਪਿੱਛੇ ਚੱਲਣਾ ਪਵੇਗਾ। ਕਰੂਸ ਦਾ ਮਤਲਬ ਇਹ ਆ, प्रभु यीशु मसीह ने क्या अपने आप का इनकार करे और क्रूस उठाए फिर मेरे पीछे आवे। आज बहुत लोग यीशु मसीह के मगर चलता रहे चलना भी चाहते हैं और प्रभु यीशु मसीह तो मगर चल के मंग भी रहे पर उन्होंने वो चीज़ां मिलदियां नहीं जिहड़ियां चीज़ां परमेश्वर देना चाहता सारियां। उन्होंने टाइम लग जाता। फिर मैं बहुत सारे लोगों को देखा कोई 40 दस रहा, कोई 50 दस रहा, कोई 60 दस रहा, पर अगर उन्होंने देखा जाए वो सेवकाई नूं उत्थे की रखना चाहते हैं 40 50 60 70 साल तक। जद कि परमेश्वर थानू बाइबल कहती है कि उसने जगत के लिए क्रूस उठाया, वो थानू जगत के लिए इस्तेमाल करेगा।
ਉਹ ਤੁਹਾਨੂੰ ਕੁਝ ਨੋਰਮਲ ਇੱਕ ਜਗ੍ਹਾ ਦੇ ਲਈ ਇਸਤੇਮਾਲ ਨਹੀਂ ਕਰ ਸਕਦਾ। ਉਸਨੇ ਜਗਤ ਦੇ ਲਈ ਕਰੂਸ ਨੂੰ ਉਠਾਇਆ। ਬਾਈਬਲ ਦੇ ਵਿੱਚ ਲਿਖਿਆ, ਤੂੰ ਬੰਨੇ ਬੰਨੇ ਤੱਕ ਗਵਾਹ ਠਹਿਰੇਗਾ, ਦੁਨੀਆ ਦੇ ਹਰ ਕੋਨੇ ਤੱਕ ਜਾਏਗਾ। ਅੱਜ ਤੁਸੀਂ ਇੰਟਰਨੈਟ ਨੂੰ ਦੇਖ ਰਹੇ ਹੋ, ਇੰਟਰਨੈਟ ਦੇ ਰਾਹੀਂ ਤੁਸੀਂ ਆਪਣੇ ਘਰ ਦੇ ਵਿੱਚੋਂ ਹਰ ਜਗ੍ਹਾ ਤੋਂ ਤੁਸੀਂ ਦੁਨੀਆ ਦੇ ਹਰ ਕੋਨੇ ਤੱਕ ਪਰਮੇਸ਼ਵਰ ਦਾ ਵਚਨ ਪਹੁੰਚਾ ਸਕਦੇ ਹੋ। ਕਿਉਂ? ਕਿਉਂਕਿ ਪਰਮੇਸ਼ਵਰ ਦੇ ਵਚਨ 'ਚ ਲਿਖਿਆ ਹੋਇਆ, ਪਰਮੇਸ਼ਵਰ ਆਉਣ ਵਾਲੇ ਦਿਨਾਂ ਨੂੰ ਪਹਿਲਾਂ ਤੋਂ ਹੀ ਜਾਣਦਾ ਸੀਗਾ। ਉਹ ਪ੍ਰੋਫੈਸੀ ਨੂੰ ਪਹਿਲਾਂ ਹੀ ਜਾਣਦਾ ਸੀ ਪ੍ਰਭੂ ਯਿਸੂ ਮਸੀਹ, ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਏਗਾ। ਹਾਲੇਲੂਇਆ। ਇਹ ਸਾਨੂੰ ਲੱਗਦਾ ਆ ਕਿ ਪਤਾ ਨਹੀਂ ਪਰਮੇਸ਼ਵਰ ਸਾਨੂੰ ਦੇਖਦਾ ਹੈ ਕਿ ਨਹੀਂ ਦੇਖਦਾ, ਪਰ ਪਰਮੇਸ਼ਵਰ ਦਾ ਵਚਨ ਦੱਸਦਾ ਉਹ ਆਉਣ ਵਾਲੇ ਦਿਨਾਂ ਦੀ ਪ੍ਰੋਫੈਸੀ ਪਹਿਲੇ ਹੀ ਜਾਣਦਾ ਸੀ। ਪ੍ਰਭੂ ਯਿਸੂ ਮਸੀਹ ਨੂੰ ਪਤਾ ਸੀਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਨੌਲੇਜ ਵਧੇਗੀ, ਇੰਟਰਨੈਟ ਵਗੈਰਾ, ਕਿਉਂਕਿ ਜੀਸਸ ਕ੍ਰਾਈਸਟ ਪਹਿਲੇ ਹੀ ਜਾਣਦਾ। ਇਸੇ ਕਰਕੇ ਜੀਸਸ ਕ੍ਰਾਈਸਟ ਨੇ ਕਿਹਾ ਸੀ ਆਉਣ ਵਾਲੇ ਸਮੇਂ ਦੇ ਵਿੱਚ ਯਾਨੀ ਅੰਤ ਦੇ ਦਿਨਾਂ ਵਿੱਚ ਪਰਮੇਸ਼ਵਰ ਆਤਮਾ ਉਤਰੇਗਾ। ਔਰ ਪਰਮੇਸ਼ਵਰ ਨੇ ਇੱਕ ਗੱਲ ਕਹੀ ਸੀ ਕਿ ਤੁਸੀਂ ਮੇਰੇ ਨਾਲੋਂ ਵੱਧ ਕੇ, ਵਿਸ਼ਵਾਸ ਕਰਨ ਵਾਲੇ ਮੇਰੇ ਨਾਲੋਂ ਵੱਧ ਕੇ ਕਹਿੰਦਾ ਕੰਮ ਕਰਨਗੇ। ਹਾਲੇਲੂਇਆ, ਆਮੀਨ। ਜਦੋਂ ਆਪਾਂ ਯਹੂਨਾ ਨੂੰ ਪੜ੍ਹਦੇ ਹਾਂ, ਉਹਦੇ ਵਿੱਚ ਲਿਖਿਆ ਕਹਿੰਦਾ ਜਿਹੜਾ ਮੇਰੇ ਤੇ ਵਿਸ਼ਵਾਸ ਕਰਦਾ ਮੇਰੇ ਵਰਗੇ ਕੰਮ ਕਰੇਗਾ, ਬਲਕਿ ਮੇਰੇ ਨਾਲੋਂ ਵੀ ਯਿਸੂ ਮਸੀਹ ਨੇ ਕਿਹਾ ਵੱਧ ਕੇ ਕੰਮਾਂ ਨੂੰ ਕਰੇਗਾ। ਹਾਲੇਲੂਇਆ। ਔਰ ਅਗਰ ਮੈਂ ਤੁਹਾਨੂੰ ਫਿਰ ਤੋਂ ਦੱਸਣਾ ਚਾਹੁੰਦਾ, ਜਿਹੜੇ 3 ਪੁਆਇੰਟ ਆ, ਅੱਜ ਜਿਹੜੇ 3 ਪੁਆਇੰਟਾਂ 'ਤੇ ਮੈਂ ਗੱਲ ਕਰ ਰਿਹਾ, ਇਨਕਾਰ ਦਾ ਮਤਲਬ ਆਪਣੇ ਆਪ ਨੂੰ ਖਤਮ ਕਰ ਦੇਣਾ, ਆਪਣੀ ਖੁਆਇਸ਼ਾਂ ਨੂੰ। ਇਹਦਾ ਮਤਲਬ ਇਹ ਨਹੀਂ ਹੈ ਕਿ ਯਿਸੂ ਮਸੀਹ ਸਾਡੀਆਂ ਖੁਆਇਸ਼ਾਂ ਨੂੰ ਪੂਰਾ ਨਹੀਂ ਕਰੇਗਾ, ਉਹ ਕਰੇਗਾ, ਲੇਕਿਨ ਸਾਡਾ ਕੰਮ ਹੋਰ ਤਰੀਕੇ ਦੇ ਨਾਲ ਹੋਏਗਾ, ਸਾਡੀ ਪਲੈਨਿੰਗ ਦੇ ਦੁਆਰਾ ਨਹੀਂ। ਇਸ ਕਰਕੇ ਹੰਨਾ ਆਪਣੀ ਪਲੈਨਿੰਗ ਨਾਲ ਚੱਲਦੀ ਸੀ, ਉਹ ਬੇਟਾ ਮੰਗਦੀ ਗਈ, ਪਰ ਪਰਮੇਸ਼ਵਰ ਦੀ ਪਲੈਨਿੰਗ ਕੁਝ ਹੋਰ ਸੀ। ਪਰਮੇਸ਼ਵਰ ਦੇਣਾ ਚਾਹੁੰਦੇ ਸੀ ਉਹਨੂੰ ਬੇਟਾ, ਉਹਨੂੰ ਬੇਟੇ ਦਿੱਤੇ, ਬਲਕਿ ਹੋਰ ਵੀ ਦਿੱਤੇ, ਕਿਉਂਕਿ ਪਰਮੇਸ਼ਵਰ ਉਹ ਤੋਂ ਹੋਰ ਪਲੈਨਿੰਗ ਲੈਣਾ ਚਾਹੁੰਦਾ ਸੀ ਕਿ ਇਹ ਹੰਨਾ ਦਾ ਨਾਮ ਬਾਈਬਲ ਦੇ ਵਿੱਚ ਲਿਖਿਆ ਜਾਏ, ਹੰਨਾ ਦਾ ਨਾਮ ਇਤਿਹਾਸ ਦੇ ਵਿੱਚ ਲਿਖਿਆ ਜਾਏ, ਹੰਨਾ ਨੂੰ ਫਿਰ ਲੋਕ ਵੀ ਯਾਦ ਰੱਖ ਸਕਣ। ਅੱਜ ਕਈਆਂ ਲੋਕਾਂ ਦੇ ਉੱਤੇ ਇੰਨੀ ਪਲੈਨਿੰਗ ਆ, ਲੋਕ ਸੋਚਦੇ ਆ ਪਤਾ ਨਹੀਂ ਮੇਰੀ ਪ੍ਰੀਖਿਆ ਕਿਉਂ ਆ, ਪਤਾ ਨਹੀਂ ਮੈਂ ਇਸ ਤਰ੍ਹਾਂ ਕਿਉਂ ਜਾ ਰਿਹਾ, ਕਿਉਂਕਿ ਤੁਹਾਡੇ ਨਾਮ ਪਰਮੇਸ਼ਵਰ ਜੀਵਨ ਦੀ ਪੁਸਤਕ ਦੇ ਵਿੱਚ ਲਿਆਉਣਾ ਚਾਹੁੰਦਾ। ਹਾਲੇਲੂਇਆ, ਆਮੀਨ। ਤੁਹਾਡੇ ਨਾਮ ਪਰਮੇਸ਼ਵਰ ਐਸੀ ਪੁਸਤਕ ਦੇ ਵਿੱਚ ਲਿਆਉਣਾ ਚਾਹੁੰਦਾ ਹੈ। ਹਾਲੇਲੂਇਆ। ਕਰੂਸ ਦਾ ਮਤਲਬ ਇਹ ਆ, ਬਾਈਬਲ ਦੇ ਵਿੱਚ ਲਿਖਿਆ ਇੱਕ ਜੀਸਸ ਕ੍ਰਾਈਸਟ ਨੂੰ ਜਦੋਂ ਯਹੋਵਾ ਪਿਤਾ ਨੇ ਧਰਤੀ ਤੇ ਭੇਜਿਆ ਤੇ ਯਿਸੂ ਮਸੀਹ ਨੇ ਕਰੂਸ ਨੂੰ ਉਠਾਇਆ, ਕਿਉਂਕਿ ਯਿਸੂ ਮਸੀਹ ਨੂੰ ਇੱਕ ਕੰਮ ਦਿੱਤਾ ਗਿਆ ਸੀਗਾ। ਔਰ ਜੀਸਸ ਕ੍ਰਾਈਸਟ ਨੂੰ ਜਦੋਂ ਕਰੂਸ ਤੇ ਚੜਾਇਆ ਗਿਆ, ਯਿਸੂ ਮਸੀਹ ਨੇ ਕਰੂਸ ਤੇ ਲਟਕ ਕੇ ਕਿਹਾ, ਕਹਿੰਦਾ ਹੇ ਪਿਤਾ ਸਾਰਾ ਕੁਝ ਪੂਰਾ ਹੋ ਗਿਆ। ਔਰ ਪਿਤਾ ਵੀ ਖੁਸ਼ ਸੀਗਾ, ਕਿਉਂਕਿ ਸੱਚਮੁੱਚ ਉਹਨੇ ਪੂਰਾ ਕਰ ਦਿੱਤਾ। ਉਹ ਤੀਸਰੇ ਦਿਨ ਮੁਰਦਿਆਂ ਚੋਂ ਜੀ ਉੱਠਿਆ ਤੇ ਅੱਜ ਸਗਾਸ਼ਨ ਦੇ ਉੱਤੇ ਹੈ ਯਿਸੂ ਮਸੀਹ। ਹਾਲੇਲੂਇਆ, ਆਮੀਨ। और जीसस क्राइस्ट ने कहा कि सारा कुछ पूरा हो गया। और अगर मैं तुहानूं दसां कि यसू मसीह ने सारा कुछ पूरा कर दिता, क्योंकि जीसस क्राइस्ट ने काम दिता गया सीगा, यहोवा पिता ने उन्होंने दिता ही। लेकिन एक विश्वासी लई क्रूस वो क्रूस नहीं है कि असीं भी उठाइए और असीं भी लटक जाइए, पर साडे लई हुण जिहड़ा नैक्सट क्रूस आ, सानूं भी एक काम दिता गया, वो क्रूस आ कि परमेश्वर की सेवा फैलाई जा सके। परमेश्वर ने कहा अपने क्रूस नूं उठा। क्रूस का मतलब है कि जा लोकां दे विचकार और लोकां नूं दस, लोकां नूं वो सारा कुछ समझा कि स्वर्ग दा राज, परमेश्वर दा राज कद आने वाला, किस तरह आएगा, कि की करना, आप किस तरह जीना, किस तरह चलना, किद्दां परमेश्वर की महिमा करनी है। हालेलुया। परमेश्वर ने क्या अपने आप का इनकार करके क्रूस नूं उठा के चल, क्योंकि लोग क्रूस नूं उठाना आसान गल नहीं समझते, क्योंकि क्रूस नूं उठाए क्यों लोग उठाउण किदां, क्योंकि जदों क्रूस नूं उठाउण दी बारी आउंदी आ, क्रूस उठाउण दा मतलब है किसी भरा नूं दसना कुछ परमेश्वर दे वचन बारे। और जो क्रूस नूं दसना आ, हुण मान लो किसी भरा नूं आपां मैसेज देना आ, हुण आपां पहलां अपना बिजनेस देखांगे, जे मैं इस भरा नूं दसन चला गया मेरे बिजनेस दा की होऊगा, मेरी जॉब का की होगा। इसका मतलब असी इनकार नहीं किया अपने आप का, हुण हले भी असी ये सोचते हैं कि मेरा की होएगा। अगर मैं इस भरा नूं इस कंट्री में बचन दसन चला गया तो मेरे बिजनेस का की होएगा, मेरे घर का की होएगा। हालेलुया। परमेश्वर कहता क्रूस नूं उठा, तो इनकार किए बिना क्रूस नूं आपां नहीं उठा सकते। क्रूस का मतलब है दुनिया के हर जगह च जाना। बाइबल के लिखा एक जोना नाम का एक बंदा सीगा, परमेश्वर ने उसनों कहा कि जा एक ऐसी जगह ते आके प्रचार कर। वो देश वो जगह पापियां दी जगह सी, उत्थे लोग पापी ज़्यादा सीगे और वो डर गया, कहता इन्हें पापियां दे विच परमेश्वर मैनूं भेज रहा, मैं उत्थे किद्दां जावांगा। तो उन्हें मन मर्जी की, परमेश्वर ने उन्होंने समुद्र दे विच जदों गिराया गया तो परमेश्वर ने उन्हें मछ ठहराया, तो मछली के अंदर वो दिन रात रहा, दिन रात रहा। जदों परमेश्वर ने उन्होंने मछली के अंदर ठहराया तो फिर उन्हें अपनी गलती नूं कबूल किया, पर उन्होंने जाना पिया, क्योंकि उन्हें जब तक उन्हें क्रूस लई इनकार नहीं किया, वो उठा नहीं सकिया क्रूस नूं, क्योंकि वो डर गया। बॉडी नूं देखिया उन्हें कि नहीं मैं मेरा की होएगा। जब तक असी ये सोचते मेरा की होएगा, असी क्रूस नूं नहीं चक सकते।
ਅਸੀਂ ਲੋਕਾਂ ਨੂੰ ਵਚਨ ਨਹੀਂ ਸੁਣਾ ਸਕਦੇ, ਅਸੀਂ ਲੋਕਾਂ ਦੇ ਵਿਚਕਾਰ ਨਹੀਂ ਜਾ ਸਕਦੇ, ਕਿਉਂਕਿ ਸਾਨੂੰ ਕਰੂਸ ਉਠਾਉਣਾ ਆਮ ਗੱਲ ਨਹੀਂ ਆ। ਕਰੂਸ ਉਠਾਉਣਾ ਜੀਸਸ ਲਈ ਆਮ ਗੱਲ ਨਹੀਂ ਸੀ। ਪਿਲਾਤੁਸ ਨੇ ਪੁੱਛਿਆ, ਕਹਿੰਦਾ ਹੇ ਯਿਸੂ ਮਸੀਹ, ਕਹਿੰਦਾ ਤੂੰ ਮੈਨੂੰ ਇੱਕ ਵਾਰ ਕਹਿ ਦੇ ਮੈਂ ਨਿਰਦੋਸ਼ ਹਾਂ, ਜਾਂ ਮੈਨੂੰ ਅੱਗੇ ਇੱਕ ਵਾਰ ਬੋਲ ਦੇ, ਮੈਂ ਤੈਨੂੰ ਛੱਡ ਸਕਦਾ ਹਾਂ, ਤੇ ਕਹਿੰਦਾ ਮੈਂ ਤੈਨੂੰ ਸਲੀਬ ਤੇ ਵੀ ਚੜਵਾ ਸਕਦਾ ਹਾਂ, ਹੁਣ ਤੂੰ ਦੱਸ ਕੀ ਕਰਨਾ। ਯਿਸੂ ਮਸੀਹ ਕਹਿੰਦਾ ਨਾ ਤੂੰ ਮੈਨੂੰ ਸਲੀਬ ਤੇ ਚੜਾ ਸਕਦਾ, ਨਾ ਤੂੰ ਮੈਨੂੰ ਛੱਡ ਸਕਦਾ ਹੈ। ਕਹਿੰਦਾ ਇਹ ਤਾਂ ਮੇਰੀ ਮਰਜ਼ੀ ਆ ਕਿ ਮੈਂ ਆਪਣੇ ਆਪ ਨੂੰ ਫੜਾਇਆ। ਹਾਲੇਲੂਇਆ। ਯਿਸੂ ਮਸੀਹ ਨੂੰ ਫੜਨ ਆਏ ਸੀ, ਯਿਸੂ ਮਸੀਹ ਪਹਿਲੇ ਹੀ ਜਾਣਦੇ ਸੀ ਮੈਂ ਆਪਣੇ ਆਪ ਨੂੰ ਫੜਾਉਣਾ ਆ। ਪਤਰਸ ਨੇ ਤਲਵਾਰ ਕੱਢੀ, ਇੱਕ ਬੰਦੇ ਦਾ ਕੰਨ ਲਾ ਦਿੱਤਾ। ਜਦ ਕੰਨ ਲਾ ਦਿੱਤਾ, ਉਹਦਾ ਕੰਨ ਗਿਰਿਆ, ਤੇ ਜਦੋਂ ਕੰਨ ਗਿਰ ਗਿਆ ਸੀ ਉਹਦਾ, ਯਿਸੂ ਮਸੀਹ ਨੇ ਪਤਰਸ ਨੂੰ ਕਿਹਾ, ਕਹਿੰਦਾ ਪਤਰਸ ਆਪਣੀ ਤਲਵਾਰ ਆਪਣੇ ਕੋਲ ਰੱਖ, ਨਹੀਂ ਤਾਂ ਇਸੀ ਤਲਵਾਰ ਨਾਲ ਤੂੰ ਮਾਰਿਆ ਜਾ ਸਕਦਾ ਹੈ। ਅਗਰ ਤੂੰ ਤਲਵਾਰ ਚਲਾਏਗਾ ਤੂੰ ਵੀ ਤਲਵਾਰ ਦੇ ਨਾਲ ਮਾਰਿਆ ਜਾਵੇਗਾ। ਔਰ ਯਿਸੂ ਮਸੀਹ ਨੇ ਉਹਨਾਂ ਸਾਰਿਆਂ ਦੇ ਅੱਗੇ ਜੋ ਫੜਨ ਆਏ ਸੀ ਉਹਨਾਂ ਦੇ ਅੱਗੇ ਉਸ ਕੰਨ ਨੂੰ ਚੱਕਿਆ ਧਰਤੀ ਤੋਂ, ਉਸ ਬੰਦੇ ਦਾ ਦੁਬਾਰਾ ਕੰਨ ਜੋੜ ਦਿੱਤਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਅਗਰ ਯਿਸੂ ਮਸੀਹ ਕੰਨ ਜੋੜ ਸਕਦਾ, ਮੁਰਦਾ ਲਾਜ਼ਰ ਨੂੰ ਜਿਉਂਦਾ ਕਰ ਸਕਦਾ ਕਬਰ ਦੇ ਵਿੱਚੋਂ, ਔਰ 5000 ਲੋਕਾਂ ਨੂੰ ਕੁਛ ਮੱਛੀਆਂ ਦੇ ਵਿੱਚ ਕੁਛ ਰੋਟੀਆਂ ਦੇ ਵਿੱਚੋਂ ਖਿਲਾ ਸਕਦਾ ਆ ਸਾਰਿਆਂ ਨੂੰ, ਤੇ ਅਗਰ ਉਹ ਮੁਰਦਿਆਂ ਨੂੰ ਜਿਉਂਦਾ ਕਰ ਸਕਦਾ ਆ, ਅੰਨਿਆਂ ਨੂੰ ਨੈਣ ਦੇ ਸਕਦਾ, ਲੰਗੜਿਆਂ ਨੂੰ, ਅੰਦਰੰਗੀਆਂ ਨੂੰ, ਕੋੜੀਆਂ ਨੂੰ ਸ਼ੁੱਧ ਕਰ ਸਕਦਾ, ਚਲਾ ਸਕਦਾ ਆ, ਦਿਖਾ ਸਕਦਾ ਆ, ਤੇ ਕੀ ਉਹ ਆਪਣੇ ਆਪ ਨੂੰ ਨਹੀਂ ਬਚਾ ਸਕਦਾ ਹੀ? ਜਦ ਕਿ ਯਿਸੂ ਮਸੀਹ ਪਿਲਾਤੁਸ ਨੂੰ ਕਹਿਣ ਲੱਗਾ, ਕਹਿੰਦਾ ਪਿਲਾਤੁਸ ਨਾ ਤੂੰ ਮੈਨੂੰ ਚੜਾ ਸਕਦਾ ਕਰੂਸ ਤੇ, ਨਾ ਤੂੰ ਮੈਨੂੰ ਬਚਾ ਸਕਦਾ, ਕਿਉਂਕਿ ਅਗਰ ਮੈਂ ਬਚਾਉਣਾ ਹੋਵੇ ਆਪਣੇ ਆਪ ਨੂੰ, ਕਹਿੰਦਾ ਮੈਂ ਆਪਣੀ ਇੱਕ ਅੱਖ ਨੂੰ ਵੀ ਅਗਰ ਬੰਦ ਕਰਕੇ ਖੋਲਾਂਗਾ 1,44,000 ਸਵਰਗੀ ਦੂਤ ਇਸ ਜਗ੍ਹਾ ਤੇ ਆਉਣਗੇ ਔਰ ਮੈਨੂੰ ਬਚਾ ਲੈਣਗੇ। ਮੈਨੂੰ ਜ਼ਰੂਰਤ ਨਹੀਂ ਹੈ ਕਿਸੇ ਦੀ ਕਿ ਕੋਈ ਮੈਨੂੰ ਬਚਾਵੇ। ਉਹ ਯਿਸੂ ਮਸੀਹ ਨੂੰ ਪਤਾ ਹੀ ਅਗਰ ਮੈਂ ਆਪਣੇ ਆਪ ਨੂੰ ਬਚਾਵਾਂਗਾ ਤੇ ਮੇਰਾ ਕਰੂਸ ਅਧੂਰਾ ਪੈ ਜਾਵੇਗਾ, ਔਰ ਮੈਂ ਕਿੱਦਾਂ ਕਰੂਸ ਤੇ ਚੜ੍ਹ ਕੇ ਯਹੋਵਾ ਪਿਤਾ ਨੂੰ ਕਹਾਂਗਾ ਕਿ ਮੈਂ ਸਾਰਾ ਕੁਝ ਪੂਰਾ ਕਰ ਦਿੱਤਾ। ਅੱਜ ਸਾਡੇ ਉੱਤੇ ਵੀ ਕਰੂਸ ਆ। ਯਿਸੂ ਮਸੀਹ ਨੇ ਤਾਂ ਪੂਰਾ ਕਰਕੇ ਕਹਿ ਦਿੱਤਾ ਕਿ ਪਿਤਾ ਮੈਂ ਸਾਰਾ ਕੁਝ ਪੂਰਾ ਕਰਤਾ, ਤੇ ਪਿਤਾ ਨੇ ਉਹਨੂੰ ਸਵਰਗ ਦਾ ਬਾਦਸ਼ਾਹ ਬਣਾ ਦਿੱਤਾ ਅੱਜ। ਤੇ ਅਗਰ ਅਸੀਂ ਵੀ ਸਵਰਗ ਅੱਜ ਮਜ਼ੇ ਨਾਲ ਔਰ ਬਾਦਸ਼ਾਹ ਦੇ ਨਾਈਓ ਜਾਣਾ ਚਾਹੁੰਦੇ ਹਾਂ ਯਿਸੂ ਮਸੀਹ ਦੇ ਸਾਮਰਥੀ ਨਾਂ ਦੇ ਵਿੱਚ, ਤੇ ਸਾਨੂੰ ਵੀ ਉਹ ਕਰੂਸ ਪੂਰਾ ਕਰਨ ਦੀ ਲੋੜ ਹੈ ਅੱਜ। ਹਾਲੇਲੂਇਆ। ਬਹੁਤ ਲੋਕ ਯਿਸੂ ਮਸੀਹ ਦੇ ਮਗਰ ਆਉਣਾ ਚਾਹੁੰਦੇ ਆ, ਚੱਲਣਾ ਚਾਹੁੰਦੇ ਆ, ਪਰ ਯਿਸੂ ਮਸੀਹ ਦੇ ਮਗਰ ਚੱਲਣ ਦਾ ਮਤਲਬ ਹੈ ਆਪਣੇ ਆਪ ਦਾ ਇਨਕਾਰ ਕਰਨਾ, ਕਰੂਸ ਉਠਾਉਣਾ, ਫਿਰ ਪਿੱਛੇ ਚੱਲਣਾ। ਅਗਰ ਆਪਾਂ ਸਿੱਧਾ ਪਿੱਛੇ ਚੱਲਾਂਗੇ, ਆਪਾਂ ਨੂੰ ਹੋ ਸਕਦਾ 10 ਸਾਲ ਲੱਗ ਜਾਣ ਇੱਕੋ ਹੀ ਚੀਜ਼ ਦੇ ਲਈ। ਲੋਕਾਂ ਨੂੰ ਬੇਬੀ ਬਲੈਸਿੰਗ ਚਾਹੀਦੀ ਆ, ਲੋਕਾਂ ਨੂੰ ਜੌਬ ਚਾਹੀਦੀ, ਬਿਜ਼ਨਸ ਚਾਹੀਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਅਗਰ ਤੁਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਸਰੈਂਡਰ ਕਰਦੇ ਹੋ, ਸਮਰਪਣ ਕਰ ਦਿੰਦੇ ਹੋ, ਰੋਜ਼ ਪ੍ਰਾਰਥਨਾ ਦੇ ਵਿੱਚ ਆਉਂਦੇ ਹੋ ਔਰ ਪਰਮੇਸ਼ਵਰ ਤੋਂ ਇਹ ਪੁੱਛਦੇ ਪ੍ਰਭੂ ਮੈਂ ਤੇਰੇ ਲਈ ਕੀ ਕਰਾਂ, ਉਹ ਤੁਹਾਡੇ ਲਈ ਸਭ ਤੋਂ ਪਹਿਲਾਂ ਕਰੇਗਾ ਔਰ ਆਪਣੇ ਲਈ ਵੀ ਤੁਹਾਨੂੰ ਦੱਸੇਗਾ ਕੀ ਕਰਨਾ। ਹਾਲੇਲੂਇਆ, ਆਮੀਨ। ਪਰਮੇਸ਼ਵਰ ਨੂੰ ਵੀ ਪਤਾ ਹੈ ਕਿ ਇਹਨਾਂ ਦੇ ਬੱਚੇ ਆ, ਪਰਮੇਸ਼ਵਰ ਨੂੰ ਵੀ ਪਤਾ ਆ ਕਿ ਤੁਹਾਡੇ ਵਾਈਫ ਆ, ਤੁਹਾਡਾ ਹਸਬੈਂਡ ਆ, ਤੁਹਾਡੇ ਬੱਚੇ ਆ, ਤੁਹਾਨੂੰ ਜੌਬ ਚਾਹੀਦੀ ਆ, ਤੁਹਾਨੂੰ ਘਰ ਚਾਹੀਦਾ, ਤੁਹਾਨੂੰ ਆਹ ਚੀਜ਼ਾਂ ਚਾਹੀਦੀਆਂ, ਤੁਹਾਨੂੰ ਆਹ ਸਹੂਲਤਾਂ ਚਾਹੀਦੀਆਂ, ਐਵਰੀ ਚੀਜ਼ਾਂ ਪਰਮੇਸ਼ਵਰ ਨੂੰ ਪਤਾ ਆ। ਅਗਰ ਤੁਸੀਂ ਬਾਈਬਲ 'ਚ ਕੋਈ ਵੀ ਜਨ ਨੂੰ ਪੜ੍ਹੋ, ਪਰਮੇਸ਼ਵਰ ਨੇ ਹਰ ਜਨ ਦੀਆਂ ਪ੍ਰੋਬਲਮਸ ਹੱਲ ਕੀਤੀ ਔਰ ਹਰ ਜਨ ਨੂੰ ਉੱਚਾ ਕੀਤਾ, ਹਰ ਜਨ ਨੂੰ ਹਰ ਚੀਜ਼ ਦਿੱਤੀ। ਅਗਰ ਯਿਸੂ ਮਸੀਹ ਲੋਕਾਂ ਨੂੰ ਕੁਝ ਦੇਣਾ ਨਾ ਚਾਹਣਗੇ ਤੇ 5000 ਲੋਕਾਂ ਨੂੰ ਯਿਸੂ ਮਸੀਹ ਨੇ ਰੋਟੀ ਕਿਉਂ ਖਿਲਾਈ? ਕਿਉਂਕਿ ਯਿਸੂ ਮਸੀਹ ਨੂੰ ਪਤਾ ਸੀ ਇਹ ਭੁੱਖੇ ਨੇ। 5000 ਲੋਕਾਂ ਨੂੰ ਰੋਟੀ ਇਸ ਕਰਕੇ ਖਿਲਾਈ ਗਈ ਕਿਉਂਕਿ ਯਿਸੂ ਮਸੀਹ ਨੂੰ ਪਤਾ ਹੀ ਇਹ ਭੁੱਖੇ ਨੇ, ਇਹਨਾਂ ਨੂੰ ਰੋਟੀ ਨਹੀਂ ਖਿਲਾਵਾਂਗਾ, ਇਹਨਾਂ ਦੀ ਜਿਹੜੀ ਜ਼ਰੂਰਤ ਹੈ ਉਹ ਅਧੂਰੀ ਰਹਿ ਜਾਵੇਗੀ। ਅੱਜ ਤੁਹਾਡੀਆਂ ਜ਼ਰੂਰਤਾਂ ਪਰਮੇਸ਼ਵਰ ਜਾਣਦਾ ਹੈ, ਉਹਨੂੰ ਪਤਾ ਹੈ ਕਿ ਤੁਹਾਨੂੰ ਕੀ ਚਾਹੀਦਾ, ਉਹਨੂੰ ਪਤਾ ਤੁਹਾਨੂੰ ਜੌਬ ਚਾਹੀਦੀ ਆ, ਤੁਹਾਨੂੰ ਕੰਮ ਚਾਹੀਦਾ ਆ, ਤੁਹਾਨੂੰ ਬਿਜ਼ਨਸ ਤੁਹਾਡਾ ਫਲਵੰਤ ਚਾਹੀਦਾ, ਤੁਹਾਨੂੰ ਬੱਚੇ ਚਾਹੀਦੇ ਆ, ਤੁਹਾਨੂੰ ਬੱਚੇ ਚੰਗੇ ਚਾਹੀਦੇ ਆ, ਸਟੱਡੀ 'ਚ ਵਧੀਆ ਹੋਣੇ ਚਾਹੀਦੇ ਆ, ਉਹਨੂੰ ਸਾਰਾ ਹੀ ਪਤਾ ਆ। ਪਰ ਉਹ ਵੀ ਚਾਹੁੰਦਾ ਆ ਕਿ ਤੁਸੀਂ ਵੀ ਕੁਝ ਉਹਦੇ ਲਈ ਕਰੋ। ਹਾਲੇਲੂਇਆ। ਤੁਸੀਂ ਆਪਣੇ ਬੱਚਿਆਂ ਨੂੰ ਦੇਖਦੇ ਹੋ, ਤੁਸੀਂ ਆਪਣੇ ਬੱਚਿਆਂ ਨੂੰ ਦੇਖ ਕੇ ਕਹਿੰਦੇ ਹੋ ਮੇਰੇ ਬੱਚੇ ਬਹੁਤ ਸੋਹਣਾ ਪੜ੍ਹਨ, ਮੇਰੀ ਵਾਈਫ ਬਹੁਤ ਚੰਗੀ ਹੋਵੇ, ਮੇਰਾ ਹਸਬੈਂਡ ਬਹੁਤ ਚੰਗਾ ਹੋਵੇ। ਇੱਦਾਂ ਹੀ ਪਰਮੇਸ਼ਵਰ ਤੁਹਾਡਾ ਪਿਤਾ ਵੀ ਚਾਹੁੰਦਾ ਕਿ ਤੁਸੀਂ ਬਹੁਤ ਚੰਗੇ ਹੋਵੋ। ਆਮੀਨ, ਹਾਲੇਲੂਇਆ। ਪਰਮੇਸ਼ਵਰ ਵੀ ਚਾਹੁੰਦਾ ਕਿ ਤੁਸੀਂ ਬਹੁਤ ਚੰਗੇ ਨਿਕਲੋ। ਜਿੱਦਾਂ ਤੁਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ ਉਸੇ ਤਰ੍ਹਾਂ ਪਿਤਾ ਵੀ ਸਾਨੂੰ ਪਿਆਰ ਕਰਦਾ ਆ। ਉਹ ਵੀ ਚਾਹੁੰਦਾ ਆ ਕਿ ਅਸੀਂ ਉਹਦੇ ਨਾਈਓ ਚੱਲੀਏ, ਉਹਦੇ ਵੱਲ ਦੇਖੀਏ। ਜਦੋਂ ਅਸੀਂ ਚਰਚ ਜਾਂਦੇ ਹਾਂ ਪਰਮੇਸ਼ਵਰ ਸਾਡੇ ਤੋਂ ਖੁਸ਼ ਹੁੰਦਾ। ਜਦੋਂ ਸਾਡੇ ਬੱਚੇ ਸਾਡੇ ਨਿਗਾਹ ਮੂਹਰੇ ਨਹੀਂ ਹੁੰਦੇ ਕੁਛ ਟਾਈਮ ਦੇ ਲਈ, ਸਾਨੂੰ ਇੱਦਾਂ ਫੀਲ ਹੁੰਦਾ ਕਿ ਸਾਡੇ ਬੱਚੇ ਪਤਾ ਨਹੀਂ ਕਿੱਥੇ ਚਲੇ ਗਏ। ਇਸੇ ਤਰ੍ਹਾਂ ਜਦੋਂ ਆਪਾਂ ਪਰਮੇਸ਼ਵਰ ਦੀ ਨਿਗਾਹ 'ਚ, ਉਹਦੀ ਪ੍ਰਾਰਥਨਾ 'ਚ ਨਹੀਂ ਜਾਂਦੇ, ਉਹਦੇ ਵਚਨ 'ਚ ਨਹੀਂ ਜਾਂਦੇ, ਉਹਦੇ ਅੱਗੇ ਜਾ ਕੇ ਕਦੀ ਪ੍ਰੇਅਰ ਨਹੀਂ ਕਰਦੇ, ਉਹਨਾਂ ਕਦੀ ਗੱਲਬਾਤ ਨਹੀਂ ਕਰਨਾ ਚਾਹੁੰਦੇ, ਉਹਨੂੰ ਵੀ ਫੀਲ ਹੁੰਦਾ, ਯਿਸੂ ਮਸੀਹ ਨੂੰ ਵੀ ਫੀਲ ਹੁੰਦਾ ਕਿ ਮੈਂ ਇਹਨਾਂ ਲੋਕਾਂ ਲਈ ਕਰੂਸ ਉਠਾਇਆ ਸੀਗਾ, ਮੈਂ ਮਾਰਿਆ ਗਿਆ, ਮੈਂ ਗਾੜਿਆ ਗਿਆ। ਪਰਮੇਸ਼ਵਰ ਨੂੰ ਵੀ ਫੀਲ ਹੁੰਦਾ ਕਿ ਇਹ ਮੇਰਾ ਨਾਮ ਨਹੀਂ ਲੈ ਰਹੇ, ਮੈਂ ਇਹਨਾਂ ਦੇ ਲਈ ਕਿੰਨਾ ਕੁਛ ਕਰ ਰਿਹਾ।
ਅਸੀਂ ਮੁਸੀਬਤ ਦੇ ਟਾਈਮ ਹੀ ਪਰਮੇਸ਼ਵਰ ਨੂੰ ਨਹੀਂ ਪੁਕਾਰਨਾ, ਬਲਕਿ ਹਰ ਟਾਈਮ ਪਰਮੇਸ਼ਵਰ ਨੂੰ ਪੁਕਾਰਨਾ, ਹਰ ਟਾਈਮ ਪਰਮੇਸ਼ਵਰ ਦੀ ਮਹਿਮਾ ਕਰਨੀ ਆ, ਹਰ ਟਾਈਮ ਪਰਮੇਸ਼ਵਰ ਦੇ ਨਾਲ ਨਾਲ ਚੱਲਣਾ। ਤੇ ਆਪਾਂ ਦੇਖਾਂਗੇ ਸਾਡੇ ਤੇ ਮੁਸੀਬਤ ਕਦੀ ਆਏਗੀ ਨਹੀਂ। ਅਗਰ ਆਏਗੀ ਤਾਂ ਯਹੋਵਾ ਉਹਨੂੰ ਦੂਰ ਕਰਨ ਦੀ ਸਮਰਥ ਰੱਖਦਾ ਆ। ਆਮੀਨ, ਹਾਲੇਲੂਇਆ। ਅੱਜ ਬਹੁਤ ਲੋਕਾਂ ਦੀਆਂ ਪ੍ਰੋਬਲਮਸ ਇਸੇ ਕਰਕੇ ਬਣੀਆਂ ਰਹਿੰਦੀਆਂ ਕਿਉਂਕਿ ਲੋਕ ਮੁਸੀਬਤ ਦੇ ਟਾਈਮ ਉਸ ਨੂੰ ਪੁਕਾਰਦੇ ਆ, ਜਦੋਂ ਮੁਸੀਬਤ ਚਲੇ ਜਾਂਦੀ ਆ ਉਹ ਭੁੱਲ ਜਾਂਦੇ ਨੇ। ਬਾਈਬਲ ਦੱਸਦੀ ਆ, ਪਰਮੇਸ਼ਵਰ ਦਾ ਵਚਨ ਦੱਸਦਾ ਆ, ਪਰਮੇਸ਼ਵਰ ਦੀ ਸਾਰੇ ਜਨਾਂ ਦੇ ਉੱਤੇ ਕੋਈ ਨਾ ਕੋਈ ਪਲੈਨਿੰਗ ਆ। ਹੋ ਸਕਦਾ ਅੱਜ ਤੁਸੀਂ ਬੀ ਦੇ ਨਾਈਓ ਦਿਖੋ, ਤੁਹਾਡੇ ਉੱਤੇ ਪਲੈਨਿੰਗ ਛੋਟੀ ਹੋਵੇ, ਪਰ ਤੁਸੀਂ ਦੇਖੋਗੇ ਅਗਰ ਸੰਸਾਰਿਕ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਅਗਰ ਆਪਾਂ ਬੀ ਨੂੰ ਸੁੱਟਦੇ ਹਾਂ ਧਰਤੀ ਦੇ ਅੰਦਰ, ਉਹ ਬੀ ਇੱਕ ਦਿਨ ਪੌਦਾ ਬਣਦਾ, ਪੌਦੇ ਤੋਂ ਉਹ ਇੱਕ ਦਿਨ ਪੇੜ ਬਣਦਾ, ਪੇੜ ਤੋਂ ਉਹਦੀਆਂ ਟਾਹਣੀਆਂ ਵਗੈਰਾ ਸਾਰਾ ਕੁਝ ਨਿਕਲਦਾ ਔਰ ਇੱਕ ਦਿਨ ਉਹ ਵੱਡਾ ਹੋ ਜਾਂਦਾ। ਅੱਜ ਹੋ ਸਕਦਾ ਤੁਸੀਂ ਛੋਟੇ ਬੀ ਹੋ ਸਕਦਾ ਤੁਸੀਂ ਛੋਟੇ ਬੀ ਹੋ, ਤੁਹਾਨੂੰ ਲੱਗਦਾ ਹੋਏਗਾ ਮੈਂ ਕੀ ਕਰ ਸਕਦਾ, ਮੇਰੇ ਕੋਲ ਤਾਂ ਕੁਝ ਹੋਏਗਾ ਨਹੀਂ, ਮੈਂ ਥੋੜ੍ਹਾ ਕੁਝ ਪਰਮੇਸ਼ਵਰ ਦੇ ਲਈ ਕਰ ਸਕਦਾ, ਮੈਂ ਤਾਂ ਇੱਕ ਆਮ ਜਿਹਾ ਬੰਦਾ ਆ, ਮੈਂ ਕੀ ਕਰ ਸਕਦਾ। ਉਹ ਇੱਕ ਦਿਨ ਤੁਸੀਂ ਬੀ ਤੋਂ ਛੋਟੇ ਤੋਂ ਵੱਡੇ ਹੋਵੋਗੇ, ਪੌਦੇ ਨਿਕਲੂਗੇ, ਜੋ ਪੌਦੇ ਬਣੋਗੇ, ਪੌਦੇ ਤੋਂ ਹੌਲੀ ਹੌਲੀ ਪੇੜ ਵੀ ਬਣੋਗੇ, ਪੇੜ ਤੋਂ ਬਾਅਦ ਤੁਹਾਡੀ ਲੋਕ ਤੁਹਾਨੂੰ ਪਛਾਣਨਗੇ ਵੀ। ਜਦ ਬੀ ਹੁੰਦਾ, ਜਦੋਂ ਬੀ ਦੇਖਦੇ ਹਾਂ ਆਪਾਂ, ਬੀ ਨੂੰ ਕੋਈ ਪਛਾਣਦਾ ਨਹੀਂ ਹੈ ਚੰਗੀ ਤਰ੍ਹਾਂ, ਪਰ ਪੇੜ ਨੂੰ ਦੂਰੋਂ ਲੋਕੀ ਪਛਾਣ ਜਾਂਦੇ ਆ ਕਿ ਆ ਪੇੜਿਆ, ਆ ਪੇੜਿਆ, ਆ ਪੇੜਿਆ। ਹਾਲੇਲੂਇਆ। ਅੱਜ ਹੋ ਸਕਦਾ ਤੁਸੀਂ ਬੀ ਹੋਵੋ, ਲੇਕਿਨ ਇੱਕ ਦਿਨ ਪੇੜ ਬਣੋਗੇ ਯਿਸੂ ਮਸੀਹ ਦੇ ਨਾਂ ਦੇ ਵਿੱਚ, ਇਨ ਦਾ ਨੇਮ ਆਫ ਜੀਸਸ ਕ੍ਰਾਈਸਟ। ਆਮੀਨ, ਹਾਲੇਲੂਇਆ। ਔਰ ਆਪਾਂ ਸਿਰਫ ਇਹ ਚੀਜ਼ਾਂ ਦੇ, ਅਗਰ ਆਪਾਂ ਜੀਸਸ ਕ੍ਰਾਈਸਟ ਦੇ ਮਗਰ ਚੱਲਣਾ ਚਾਹੁੰਦੇ ਹਾਂ, ਆਪਾਂ ਦੇਖਣਾ ਪੈਣਾ ਆ ਕਿ ਆਪਾਂ ਕੀ ਪਰਮੇਸ਼ਵਰ ਨੂੰ ਆਪਾਂ ਕੀ ਦੇ ਰਹੇ ਹਾਂ, ਟਾਈਮ ਦੇ ਰਹੇ ਹਾਂ ਪਰਮੇਸ਼ਵਰ ਨੂੰ। ਅੱਜ ਬਹੁਤ ਲੋਕ ਟਾਈਮ ਦੇਣਾ ਨਹੀਂ ਚਾਹੁੰਦੇ ਪ੍ਰਭੂ ਯਿਸੂ ਮਸੀਹ ਨੂੰ। ਜਦੋਂ ਆਪਾਂ ਟਾਈਮ ਨਹੀਂ ਦਿੰਦੇ, ਬਾਈਬਲ ਦੇ ਵਿੱਚ ਲਿਖਿਆ ਬਚਨ ਨੂੰ ਸੁਣਨਾ, ਪੜ੍ਹਨਾ, ਸੁਣਨਾ ਤੇ ਉਸ 'ਤੇ ਚੱਲਣਾ, ਧੰਨ ਉਹ ਪੁਰਸ਼ ਜਿਹੜਾ ਇਹ ਗੱਲਾਂ ਉੱਤੇ ਅਮਲ ਕਰਦਾ ਹੈ। ਹਾਲੇਲੂਇਆ। ਬਚਨ ਨੂੰ ਪੜ੍ਹਨਾ, ਪੜ੍ਹ ਕੇ ਬਚਨ ਨੂੰ ਸਾਨੂੰ ਸਮਝ ਆਏਗੀ, ਬਚਨ ਨੂੰ ਸੁਣਨਾ, ਸੁਣ ਕੇ ਸਾਨੂੰ ਔਰ ਵੀ ਸਮਝ ਕਲੀਅਰ ਆਏਗੀ, ਔਰ ਜਦੋਂ ਉੱਥੇ ਅਸੀਂ ਚੱਲਦੇ ਹਾਂ ਫਿਰ ਸਾਨੂੰ ਪ੍ਰੈਕਟੀਕਲ ਸਮਝ ਆਉਂਦੀ ਆ ਕਿ ਪਰਮੇਸ਼ਵਰ ਸਾਨੂੰ ਕੀ ਕਰਾਉਣਾ ਚਾਹੁੰਦਾ ਸਾਡੇ ਤੋਂ। ਹਾਲੇਲੂਇਆ। ਆਪਾਂ ਵੀ ਦੇਖਦੇ ਹਾਂ ਸਾਡੇ ਬੱਚੇ ਕੁਝ ਬਣ ਜਾਣ, ਹਰ ਮਾਤਾ ਪਿਤਾ ਹੀ ਜ਼ੋਰ ਲਾਉਂਦੇ ਸਾਡੇ ਬੱਚੇ ਕੁਝ ਬਣ ਜਾਣ। ਸਵਰਗੀ ਪਿਤਾ ਵੀ ਜ਼ੋਰ ਲਾਉਂਦਾ ਸਾਨੂੰ ਕਿਤੇ ਨਾ ਕਿਤੇ ਕਿ ਅਸੀਂ ਵੀ ਉਹਦੇ ਲਈ ਕੁਝ ਬਣ ਜਾਈਏ। ਹਾਲੇਲੂਇਆ। ਉਹ ਜਦੋਂ ਅਸੀਂ ਉਹਦੇ ਲਈ ਬਣ ਜਾਂਦੇ ਹਾਂ ਮਜ਼ਬੂਤ, ਤੇ ਸ਼ੈਤਾਨ ਨੂੰ ਜੜੋਂ ਉਖਾੜ ਦਿੰਦੇ ਹਾਂ ਤੇ ਪਰਮੇਸ਼ਵਰ ਵੀ ਖੁਸ਼ ਹੁੰਦਾ। ਹਾਲੇਲੂਇਆ। ਜਾਂ ਸਾਡੇ ਬੱਚੇ ਬਿਜ਼ਨਸ 'ਚ ਜਾਂ ਕਿਸੇ ਚੀਜ਼ ਕਾਮਯਾਬ ਹੋ ਜਾਂਦੇ, ਅਸੀਂ ਖੁਸ਼ ਹੁੰਦੇ ਹਾਂ, ਲੋਕ ਦੇਖ ਕੇ ਹੈਰਾਨ ਹੁੰਦੇ ਆ। ਉਸੇ ਤਰ੍ਹਾਂ ਜਦੋਂ ਅਸੀਂ ਪਰਮੇਸ਼ਵਰ ਦੇ ਵਚਨ 'ਤੇ ਬਣ ਜਾਂਦੇ ਹਾਂ ਕੁਛ, ਫਿਰ ਸ਼ੈਤਾਨੀ ਦੂਤ ਜਿਹੜੀਆਂ ਸ਼ੈਤਾਨੀ ਸਪਿਰਿਟਾਂ ਦੇਖ ਕੇ ਹੈਰਾਨ ਹੁੰਦੀਆਂ, ਉਹ ਪਰਮੇਸ਼ਵਰ ਸਭ ਤੋਂ ਖੁਸ਼ ਹੁੰਦਾ। ਹਾਲੇਲੂਇਆ। ਆਮੀਨ। ਅੱਜ ਸਾਨੂੰ ਕੁਝ ਬਣਨ ਦੀ ਜ਼ਰੂਰਤ ਆ, ਪਰਮੇਸ਼ਵਰ ਦੇ ਮਗਰ ਚੱਲਣ ਦੀ ਜ਼ਰੂਰਤ ਆ, ਪਰਮੇਸ਼ਵਰ ਦੀ ਮਹਿਮਾ ਕਰਨ ਦੀ ਜ਼ਰੂਰਤ ਆ। ਹਾਲੇਲੂਇਆ। ਅੱਗੇ ਆਪਾਂ 24 ਨੂੰ ਪੜ੍ਹਦੇ ਹਾਂ, ਉਹਦੇ ਵਿੱਚ ਲਿਖਿਆ ਚੈप्टर नंबर 9:24 ਨੂੰ ਪੜ੍ਹਦੇ ਹਾਂ। क्योंकि जो कोई अपना प्राण बचाना चाहेगा वह उसे खोएगा, परंतु जो कोई मेरे लिए अपना प्राण खोएगा वह ही उसे बचाएगा। आमीन। ਕਹਿੰਦੇ ਜਿਹੜਾ ਆਪਣੇ ਆਪ ਨੂੰ ਜਾਨੀ ਬਚਾਉਣਾ ਚਾਹੇਗਾ ਕਿ ਨਹੀਂ ਮੈਂ ਬਚਨ ਫੇਰ ਦੇ ਦੇਵਾਂਗਾ ਲੋਕਾਂ ਨੂੰ, ਪਹਿਲਾਂ ਆਪਾਂ ਘਰ ਦੇ ਬਾਰੇ ਦੇਖੀਏ, ਆਪਾਂ ਆਪਣੀ ਜੌਬ ਬਾਰੇ ਦੇਖੀਏ, ਆਪਾਂ ਆਪਣੇ ਬੱਚਿਆਂ ਬਾਰੇ ਦੇਖੀਏ, ਆਪਾਂ ਆਪਣੇ ਪੇਰੈਂਟਸ ਬਾਰੇ ਦੇਖੀਏ। ਇਹ ਚੀਜ਼ਾਂ ਸਾਰੀਆਂ ਜਦੋਂ ਅਸੀਂ ਬਾਈਬਲ ਦੇ ਵਿੱਚ ਲਿਖਿਆ, ਕਹਿੰਦਾ ਤੂੰ ਬਚ, ਮੈਂ ਤੇਰਾ ਸਾਰਾ ਕੁਝ ਬਚਾਵਾਂਗਾ, ਤੂੰ ਬਚ, ਤੇਰਾ ਘਰਾਨੇ ਦਾ ਮਤਲਬ ਹੁੰਦਾ ਹਰ ਇੱਕ ਚੀਜ਼ ਉਹਦੇ ਵਿੱਚ ਹੀ ਆ ਜਾਂਦੀ ਹੈ। ਇਹ ਪਰਮੇਸ਼ਵਰ ਸਾਨੂੰ ਇੱਕ ਚੈਲੰਜ ਕਰ ਰਿਹਾ, ਕਹਿੰਦਾ ਤੂੰ ਬਚ। ਬਾਕੀ ਚੀਜ਼ਾਂ ਜਿਹੜੀਆਂ ਪਰਮੇਸ਼ਵਰ ਸਾਨੂੰ ਕਹਿੰਦੇ ਆ ਕਿ ਤੂੰ ਬਚ, ਤੇਰਾ ਘਰਾਨਾ ਬਚਾਇਆ ਜਾਊਗਾ। ਘਰਾਨਾ ਕਿੱਦਾਂ ਬਚਾਇਆ ਜਾਊਗਾ? ਕਿਉਂਕਿ ਬਚਾਏਗਾ ਕੌਣ ਹੁਣ ਘਰਾਨੇ ਨੂੰ? ਯਾਨੀ ਕਿ ਇਹਦਾ ਮਤਲਬ ਪਰਮੇਸ਼ਵਰ ਸਾਡਾ ਸਾਥ ਦੇਗਾ ਉਹਦੇ ਵਿੱਚ, ਪਰਮੇਸ਼ਵਰ ਸਾਡੇ ਨਾਲ ਹੋਏਗਾ ਉਸ ਚੀਜ਼ ਦੇ ਵਿੱਚ। ਹਾਲੇਲੂਇਆ। ਆਮੀਨ। ਸਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਪਰਮੇਸ਼ਵਰ ਸਾਡੇ ਤੋਂ ਕੀ ਲੈਣਾ ਚਾਹੁੰਦੇ ਆ, ਅਸੀਂ ਪਰਮੇਸ਼ਵਰ 'ਚ ਆਏ ਕਿਉਂ ਆ। ਕੋਈ ਲੋਕ ਬਲੈਸਿੰਗ ਲਈ ਪਰਮੇਸ਼ਵਰ ਚਾਹੁੰਦੇ ਆ। ਅਗਰ ਬਲੈਸਿੰਗ ਲਈ ਆਪਾਂ ਆਉਣਾ ਹੁੰਦਾ ਤਾਂ ਫਿਰ ਆਪਾਂ ਉਹ ਬਾਬੇ ਨਹੀਂ ਆ ਕਿ ਆਪਾਂ ਆਏ ਔਰ ਹੱਥ ਦਿਖਾਇਆ ਜਾਂ ਕੁਝ ਕਰ ਲਿਆ ਅਤੇ ਪਰਮੇਸ਼ਵਰ ਤੋਂ ਕੁਝ ਮੰਗ ਲਿਆ ਅਤੇ ਪਰਮੇਸ਼ਵਰ ਸਾਨੂੰ ਦੇ ਦੇਗਾ। ਇਸ ਤਰ੍ਹਾਂ ਨਹੀਂ ਆ। ਅਗਰ ਆਪਾਂ ਬਲੈਸਿੰਗ ਲਈ ਆਉਣਾ ਸੀ, ਉਹ ਤਾਂ ਆਪਾਂ ਫਿਰ ਕਿਤੋਂ ਵੀ ਜਾ ਕੇ ਕਿਤੋਂ ਵੀ ਕੁਛ ਵੀ ਕਰ ਸਕਦੇ, ਆਪਾਂ ਕੰਮ ਕਰਕੇ ਵੀ ਆਪਾਂ ਕੁਛ ਨਾ ਕੁਛ ਖਾ ਸਕਦੇ। ਰੋਟੀ ਤਾਂ ਹਰ ਬੰਦਾ ਖਾ ਹੀ ਲੈਂਦਾ ਕਿਸੇ ਨਾ ਕਿਸੇ ਤਰ੍ਹਾਂ। ਅਗਰ ਉਹ ਕੰਮ ਨਹੀਂ ਕਰੇਗਾ, ਉਹ ਮੰਗ ਕੇ ਖਾ ਲੇਗਾ। ਰੋਟੀ ਤਾਂ ਹਰ ਬੰਦਾ ਕਿਸੇ ਨਾ ਕਿਸੇ ਤਰੀਕੇ ਨਾਲ ਖਾ ਹੀ ਲਏਗਾ। ਪਰ ਪਰਮੇਸ਼ਵਰ ਨੇ ਸਾਨੂੰ ਕੁਝ ਖਾਸ ਮਕਸਦ ਲਈ ਸੱਦਿਆ, ਸਾਡੇ ਉੱਤੇ ਕੋਈ ਪਲੈਨਿੰਗ ਆ, ਇਸ ਕਰਕੇ ਪਰਮੇਸ਼ਵਰ ਸਾਨੂੰ ਬੁਲਾਇਆ। ਜਦੋਂ ਅਸੀਂ ਪਰਮੇਸ਼ਵਰ ਦੀ ਪਲੈਨਿੰਗ ਦੇ ਅਨੁਸਾਰ ਚੱਲਦੇ ਹਾਂ, ਪਰਮੇਸ਼ਵਰ ਉਸ ਪਲੈਨਿੰਗ ਨੂੰ ਡੇ ਬਾਈ ਡੇ ਸਾਡੀ ਲਾਈਫ ਦੇ ਵਿੱਚ ਪ੍ਰਗਟ ਕਰਨਾ ਸ਼ੁਰੂ ਕਰਦਾ, ਸਾਡੇ ਨਾਲ ਗੱਲਬਾਤ ਕਰਨੀ ਸ਼ੁਰੂ ਕਰਦਾ। ਇੱਕਦਮ ਪਰਮੇਸ਼ਵਰ ਸਾਰੀਆਂ ਗੱਲਾਂ ਕਦੇ ਨਹੀਂ ਕਰਦਾ ਇੱਕ ਜਨ ਨਾਲ। ਹੋ ਸਕਦਾ ਪਰਮੇਸ਼ਵਰ ਤੁਹਾਨੂੰ ਅੱਜ ਛੋਟਾ ਜਿਹਾ ਰਿਵਲੇਸ਼ਨ ਦੇਵੇ,
ਤੁਸੀਂ ਤੁਹਾਡੇ 6 ਮਹੀਨੇ ਉਸੇ ਰਿਵੈਲੇਸ਼ਨ ਨਾਲ ਚੱਲਣ ਔਰ ਤੁਹਾਨੂੰ ਪਰਮੇਸ਼ਰ ਬਿਲਕੁਲ ਨਾ ਦੱਸੇ ਕੁਝ। ਹੋ ਸਕਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਡ੍ਰੀਮ ਆਏ, ਫਿਰ 6 ਮਹੀਨੇ ਨਿਕਲ ਜਾਣ, ਤੁਹਾਨੂੰ ਕੁਝ ਪਤਾ ਨਾ ਲੱਗੇ। ਉਸ ਤੋਂ ਬਾਅਦ ਪਰਮੇਸ਼ਰ ਥੋੜ੍ਹਾ ਤੁਹਾਨੂੰ ਮਹਿਸੂਸ ਫੀਲ ਹੋਵੇ ਕਿ ਹਾਂ ਪਰਮੇਸ਼ਵਰ ਆਪਣੀ ਸਾਮਰਥ ਦੇ ਨਾਲ ਮੈਨੂੰ ਟੱਚ ਕਰ ਰਿਹਾ। ਕਿਸ ਤਰ੍ਹਾਂ ਤੁਹਾਡੇ ਰਾਸਤੇ ਹੌਲੀ ਹੌਲੀ ਖੁੱਲ੍ਹਣ, ਜਾਂ ਕਿਸ ਤਰੀਕੇ ਦੇ ਨਾਲ ਪਰਮੇਸ਼ਰ ਤੁਹਾਨੂੰ ਛੂਏ, ਜਾਂ ਹੋਰ ਹੋ ਸਕਦਾ ਤੁਸੀਂ ਪ੍ਰੇਅਰ 'ਚ ਆਓ, ਤੁਹਾਨੂੰ ਕਿਸੇ ਰੋਸ਼ਨੀ ਦੀ ਤਰ੍ਹਾਂ ਦਿਖੇ, ਕੁਛ ਤਰੀਕਾ ਹੋਏ, ਕਿਉਂਕਿ ਪਰਮੇਸ਼ਵਰ ਹਰ ਚੀਜ਼ ਸੇਮ ਨਹੀਂ ਕਰਦਾ ਹਰ ਬੰਦੇ ਨਾਲ। ਉਹ ਡਿਫਰੈਂਟ ਤਰੀਕੇ ਨਾਲ ਕੁਛ ਨਾ ਕੁਛ ਕਰੇਗਾ ਸਾਡੀ ਲਾਈਫ ਦੇ ਵਿੱਚ। ਅੱਜ ਸਾਡੀ ਲਾਈਫ ਦੇ ਵਿੱਚ ਉਸਨੇ ਹੋ ਸਕਦਾ ਅਸੀਂ ਕਿਸੇ ਲਈ ਪ੍ਰੇਅਰ ਕੀਤੀ ਆ ਤੇ ਉਹ ਬੰਦੇ ਦੇ ਸਿਰਫ ਸਿਰ ਦਰਦ ਠੀਕ ਹੋ ਗਿਆ ਸਾਡੀ ਪ੍ਰੇਅਰ ਨਾਲ, ਤੇ ਹੋ ਸਕਦਾ ਅਸੀਂ ਕਿਸੇ ਲਈ ਪ੍ਰੇਅਰ ਕਰ ਰਹੇ ਆ, ਉਹ ਬੰਦੇ ਦੀ ਪ੍ਰੋਬਲਮ ਹੱਲ ਹੋ ਗਈ ਆ। ਹੋ ਸਕਦਾ ਮੈਂ ਪ੍ਰੇਅਰ ਕਰਦਾ, ਦੂਸਰੇ ਬੰਦੇ ਦੀ ਪ੍ਰੋਬਲਮ ਹੱਲ ਹੁੰਦੀ ਹੋਵੇ, ਮੇਰੀ ਨਾ ਹੁੰਦੀ ਹੋਵੇ, ਇਸ ਤਰ੍ਹਾਂ ਵੀ ਹੋ ਸਕਦਾ। ਪਰ ਪਰਮੇਸ਼ਵਰ ਕਹਿੰਦਾ ਇਹ ਚੀਜ਼ਾਂ ਜਦੋਂ ਤੈਨੂੰ ਮੈਂ ਚਿੰਨ੍ਹ ਦਵਾਂਗਾ, ਅਗਰ ਤੂੰ ਚਿੰਨ੍ਹਾਂ ਦੇ ਨਾਲ ਟਿਕਿਆ ਰਿਹਾ, ਤੂੰ ਮੇਰੇ ਨਾਲ ਨਾਲ ਚੱਲਦਾ ਗਿਆ, ਤੂੰ ਆਪਣੇ ਆਪ ਦਾ ਇਨਕਾਰ ਕਰਦਾ ਗਿਆ, ਕਹਿੰਦਾ ਮੈਂ ਤੇਰੀ ਹਰ ਇੱਕ ਕਮੀ ਨੂੰ, ਗੱਟੀ ਨੂੰ ਕੱਢ ਦੇਵਾਂਗਾ, ਪੂਰਾ ਕਰ ਦੇਵਾਂਗਾ, ਔਰ ਮੈਂ ਤੈਨੂੰ ਕਹਿੰਦਾ ਆਪਣੀ ਸਾਮਰਥ ਦੇ ਅਨੁਸਾਰ ਚਲਾਵਾਂਗਾ। ਹਾਲੇਲੂਇਆ। ਤੁਸੀਂ ਡੇ ਬਾਈ ਡੇ ਦੇਖੋਗੇ ਕਿ ਤੁਸੀਂ ਹੁਣ ਵੱਧ ਰਹੇ ਹੋ, ਤੁਸੀਂ ਚੱਲ ਰਹੇ ਹੋ। ਇੱਕ ਟਾਈਮ ਸੀਗਾ, ਇੱਕ ਟਾਈਮ ਮੈਨੂੰ ਡ੍ਰੀਮ ਆਉਂਦਾ ਸੀ, ਹੁਣ ਮੈਨੂੰ ਰਿਵੈਲੇਸ਼ਨ ਵੀ ਦੇ ਰਿਹਾ ਪਰਮੇਸ਼ਵਰ, ਹੁਣ ਮੈਨੂੰ ਨਾਲ ਨਾਲ ਹੋਰ ਵੀ ਪਰਮੇਸ਼ਵਰ ਦੱਸ ਵੀ ਰਿਹਾ, ਮੇਰੇ ਨਾਲ ਗੱਲ ਵੀ ਕਰ ਰਿਹਾ। ਇੱਕਦਮ ਸਾਰਾ ਕੁਝ ਨਹੀਂ ਕਰਦਾ। ਕਈ ਵਾਰ ਪਰਮੇਸ਼ਵਰ ਸਾਨੂੰ ਟੈਸਟ ਕਰਦਾ ਹੈ। ਹਾਲੇਲੂਇਆ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਅਗਰ ਤੁਹਾਨੂੰ 100 ਦਾ ਨੋਟ ਪਰਮੇਸ਼ਵਰ ਦੇ, 100 ਪਾਉਂਡ ਦੇ ਦੇ, ਅਗਰ ਤੁਸੀਂ 100 ਪਾਉਂਡ ਨੂੰ ਕਿਸੇ ਗਲਤ ਜਗ੍ਹਾ ਉਡਾ ਦੋਗੇ, ਪਰਮੇਸ਼ਰ ਤੁਹਾਨੂੰ ਦੁਬਾਰਾ ਕਦੀ ਨਹੀਂ 100 ਪਾਉਂਡ ਨਹੀਂ ਦੇ ਸਕਦਾ। ਅਗਰ ਤੁਸੀਂ 100 ਪਾਉਂਡ ਦੇ ਵਿੱਚੋਂ 50 ਪਾਉਂਡ ਆਪਣੀ ਫੈਮਿਲੀ ਨੂੰ ਦੇ ਦਿੱਤੇ, ਉਸ ਤੋਂ ਬਾਅਦ 20 ਪਾਉਂਡ ਤੁਸੀਂ ਕੁਛ ਖਾ ਲਿਆ, ਔਰ 20 ਪਾਉਂਡ ਤੁਸੀਂ ਪਰਮੇਸ਼ਵਰ ਦੀ ਕਿਸੇ ਮਹਿਮਾ ਚਲਾਤਾ, ਔਰ 10 ਪਾਉਂਡ ਤੁਸੀਂ ਕਿਸੇ ਗਰੀਬ ਨੂੰ ਦੇਤਾ, ਤੇ ਪਰਮੇਸ਼ਵਰ ਤੁਹਾਨੂੰ ਫਿਰ ਤੋਂ 100 ਪਾਉਂਡ ਦੀ ਜਗ੍ਹਾ 200 ਪਾਉਂਡ ਦੇਗਾ, ਕਿਉਂਕਿ ਪਰਮੇਸ਼ਵਰ ਨੂੰ ਪਤਾ ਆ ਕਿ ਤੁਸੀਂ ਉਸ ਨੂੰ ਸਹੀ ਯੂਜ਼ ਕੀਤਾ ਹੈ। ਹਾਲੇਲੂਇਆ। ਅਗਰ ਤੁਹਾਨੂੰ ਇੱਕ ਡ੍ਰੀਮ ਆਇਆ ਆ, ਅਗਰ ਡ੍ਰੀਮ ਨੂੰ ਤੁਸੀਂ ਸਹੀ ਯੂਜ਼ ਕਰੋਗੇ ਔਰ ਪਰਮੇਸ਼ਰ ਦੀ ਪ੍ਰੈਜ਼ੈਂਸ 'ਚ ਆਓਗੇ ਉਸ ਇੱਕੋ ਹੀ ਡ੍ਰੀਮ ਦੇ ਲਈ, ਤੇ ਪਰਮੇਸ਼ਰ ਤੁਹਾਨੂੰ ਡ੍ਰੀਮ ਦੇ ਨਾਲ ਰਿਵੈਲੇਸ਼ਨ ਵੀ ਦੇਗਾ। ਅਗਰ ਰਿਵੈਲੇਸ਼ਨ ਲਈ ਵੀ ਤੁਸੀਂ ਪਰਮੇਸ਼ਰ ਦੇ ਅੱਗੇ ਜਾ ਰਹੇ ਹੋ, ਤੇ ਰਿਵੈਲੇਸ਼ਨ ਦੇ ਨਾਲ ਪਰਮੇਸ਼ਰ ਤੁਹਾਨੂੰ ਹੋ ਸਕਦਾ ਗੱਲਬਾਤ ਵੀ ਕਰੇ, ਕਿਉਂਕਿ ਉਹ ਵੱਡੀਆਂ ਯੋਜਨਾ ਦੱਸਣ ਵਾਲਾ ਪਰਮੇਸ਼ਵਰ ਆ। ਐਸਾ ਸਾਡਾ ਪ੍ਰਭੂ ਯਿਸੂ ਮਸੀਹ ਆ। ਆਮੀਨ। ਹਾਲੇਲੂਇਆ। ਅੱਜ ਪਰਮੇਸ਼ਵਰ ਦਾ ਆਤਮਾ ਤੁਹਾਡੀ ਲਾਈਫ ਦੇ ਉੱਤੇ ਕੰਮ ਕਰੇ ਇਨ ਦਾ ਨੇਮ ਆਫ ਜੀਸਸ ਕ੍ਰਾਈਸਟ। ਤੁਸੀਂ ਸਮਝ ਸਕੋ ਕਿ ਕਰੂਸ ਨੂੰ ਉਠਾਉਣ ਦਾ ਮਤਲਬ ਕੀ ਆ। ਅੱਜ ਯਿਸੂ ਮਸੀਹ ਦੇ ਪਿੱਛੇ ਜਾਣ ਦਾ ਮਤਲਬ ਇਹ ਨਹੀਂ ਆ ਕਿ ਆਪਾਂ ਉਹ ਤੋਂ ਕੁਝ ਲੈਣ ਆਏ ਆ, ਬਲਕਿ ਉਹਨੂੰ ਆਪਾਂ ਸਮਰਪਣ ਕਰਨ ਆਏ ਆ। ਜੋ ਸਾਨੂੰ ਚਾਹੀਦਾ ਆ ਆਲਰੇਡੀ ਪਰਮੇਸ਼ਵਰ ਸਾਡੇ ਪਿੱਛੇ ਪਾ ਕੇ ਸਾਨੂੰ ਦੇਗਾ। ਬਾਈਬਲ 'ਚ ਲਿਖਿਆ, ਕਹਿੰਦਾ ਤੇਰੇ ਕੋਲ ਰੱਖਣ ਲਈ ਜਗ੍ਹਾ ਨਹੀਂ ਹੋਏਗੀ, ਮੈਂ ਤੈਨੂੰ ਇੰਨੀਆਂ ਬਲੈਸਿੰਗਾਂ ਦੇਵਾਂਗਾ। ਪਰ ਜੇਕਰ ਅਸੀਂ ਪਰਮੇਸ਼ਵਰ ਦੇ ਵਚਨ ਦੇ ਉੱਤੇ, ਅੱਜ ਮੈਂ ਖਾਸ ਟੀਚਿੰਗ ਲਈ ਆਇਆ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ, ਤਾਂ ਕਿ ਤੁਸੀਂ ਸਮਝ ਸਕੋ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੇ ਮਗਰ ਆਏ ਕਿਉਂ ਆ, ਚੱਲ ਕਿਉਂ ਰਹੇ ਆ, ਕੀ ਚਾਹੀਦਾ ਸਾਨੂੰ ਪਰਮੇਸ਼ਵਰ ਦੇ ਕੋਲ ਆ ਕੇ। ਹਾਲੇਲੂਇਆ। ਅੱਜ ਮੇਰੀ ਲਾਈਫ ਦੇ ਵਿੱਚ ਕੋਈ ਐਸੀ ਚੀਜ਼ ਦੀ ਕੋਈ ਕਮੀ ਨਹੀਂ ਹੈ, ਔਰ ਕੋਈ ਕਮੀ ਨਹੀਂ ਹੈ। ਅਗਰ ਮੈਂ ਦੇਖਾਂ ਆਪਣੀ ਲਾਈਫ ਨੂੰ ਚੈੱਕ ਕਰਾਂ, ਐਸੀ ਕੋਈ ਕਮੀ ਨਹੀਂ ਹੈ, ਔਰ ਫਿਊਚਰ ਦੇ ਵਿੱਚ ਵੀ ਹੋਣ ਵਾਲੀ ਨਹੀਂ ਹੈ, ਕਿਉਂਕਿ ਪਰਮੇਸ਼ਰ ਐਵਰੀ ਚੀਜ਼ਾਂ ਨੂੰ ਡੇ ਬਾਈ ਡੇ ਪੂਰਾ ਕਰ ਰਿਹਾ। ਹਾਲੇਲੂਇਆ। ਐਵਰੀ ਚੀਜ਼ਾਂ ਨੂੰ, ਕਿਉਂਕਿ ਮੇਰਾ ਪੂਰਾ ਫੋਕਸ, ਮੇਰਾ ਪੂਰਾ ਧਿਆਨ ਇੱਕੋ ਚੀਜ਼ ਦੇ ਉੱਤੇ ਹੁੰਦਾ ਕਿ ਪਰਮੇਸ਼ਵਰ ਮੇਰੇ ਤੋਂ ਕੀ ਚਾਹੁੰਦਾ ਹੈ। ਪੂਰਾ ਫੋਕਸ ਇੱਕੋ ਚੀਜ਼ ਦੇ ਉੱਤੇ ਹੁੰਦਾ ਕਿ ਪ੍ਰਭੂ ਯਿਸੂ ਮਸੀਹ ਮੇਰੇ ਤੋਂ ਕੀ ਚਾਹੁੰਦਾ ਹੈ। ਹਾਲੇਲੂਇਆ। ਕਿ ਪਰਮੇਸ਼ਵਰ ਮੈਨੂੰ ਕੀ ਕਹਿਣਾ ਚਾਹੁੰਦਾ, ਪਰਮੇਸ਼ਵਰ ਮੇਰੇ ਤੋਂ ਕਿੱਦਾਂ ਚਾਹੁੰਦਾ, ਕਿੱਦਾਂ ਮੇਰੇ ਤੋਂ ਸੇਵਕਾਈ ਚਾਹੁੰਦਾ, ਕਿਸ ਤਰੀਕੇ ਨਾਲ ਚਾਹੁੰਦਾ ਹੈ। ਹਾਲੇਲੂਇਆ। ਕਿਸ ਤਰੀਕੇ ਨਾਲ ਪਰਮੇਸ਼ਵਰ ਮੈਨੂੰ ਚਲਾਉਣਾ ਚਾਹੁੰਦਾ, ਕਿਸ ਤਰੀਕੇ ਨਾਲ ਪਰਮੇਸ਼ਵਰ ਮੇਰੇ ਤੋਂ ਕੁਝ ਕੰਮ ਲੈਣਾ ਚਾਹੁੰਦਾ। ਕਿਉਂਕਿ ਬਾਈਬਲ ਦੇ ਵਿੱਚ ਲਿਖਿਆ, ਕਹਿੰਦਾ ਜਾਓ ਦੁਨੀਆ ਦੇ ਕੋਨੇ-ਕੋਨੇ ਤੱਕ ਜਾਓ, ਦੁਨੀਆ ਨੂੰ ਦੱਸੋ ਕਿ ਪਿਤਾ ਪੁੱਤਰ ਪਵਿੱਤਰ ਆਤਮਾ ਬਾਰੇ, ਔਰ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਂ 'ਚ ਬਪਟਾਈਜ਼ ਕਰੋ, ਔਰ ਦੱਸੋ ਕਿ ਪਰਮੇਸ਼ਵਰ ਦਾ ਰਾਜ ਆਉਣ ਵਾਲਾ। ਯਿਸੂ ਮਸੀਹ ਦਾ ਵਚਨ ਕਹਿੰਦਾ ਹਰ ਇੱਕ ਜਾਤੀ ਨੂੰ, ਹਰ ਇੱਕ ਕੌਮ ਨੂੰ ਸੁਣਾਇਆ ਜਾਵੇ। ਹਾਲੇਲੂਇਆ। ਆਮੀਨ। ਸਾਨੂੰ ਸਮਝਣਾ ਚਾਹੀਦਾ ਕਿ ਅਸੀਂ ਉਸ ਕ੍ਰੋਸ ਨੂੰ ਲੈ ਕੇ ਚੱਲ ਰਹੇ ਹਾਂ। ਜਿਸ ਜੀਸਸ ਕ੍ਰਾਈਸਟ ਅਸੀਂ ਮਗਰ ਚੱਲਦੇ ਹਾਂ, ਉਸਨੇ ਸਾਰਾ ਕੁਝ ਸਲੀਬ ਤੇ ਜਦੋਂ ਟੰਗਿਆ ਗਿਆ, ਕਹਿੰਦਾ ਹੇ ਪਿਤਾ ਤੂੰ ਮੈਨੂੰ ਛੱਡ ਕਿਉਂ ਦਿੱਤਾ, ਹੇ ਪਿਤਾ ਤੂੰ ਮੈਨੂੰ ਕਿਉਂ ਛੱਡ ਦਿੱਤਾ। ਪਰ ਯਿਸੂ ਮਸੀਹ ਨੇ ਇੱਕ ਗੱਲ ਕਹੀ, ਕਹਿੰਦਾ ਸਾਰਾ ਕੁਝ ਪੂਰਾ ਹੋ ਗਿਆ। ਕਿ ਸਾਨੂੰ ਸਾਰਾ ਕੁਝ ਪੂਰਾ ਕਰਨਾ ਨਹੀਂ ਚਾਹੀਦਾ। ਯਿਸੂ ਮਸੀਹ ਤਾਂ ਉੱਪਰ ਜਾ ਕੇ ਪਰਮੇਸ਼ਵਰ ਨੂੰ ਇਹ ਕਹਿ ਦਿੱਤਾ ਕਿ ਮੈਂ ਸਾਰਾ ਕੁਝ ਪੂਰਾ ਕਰ ਦਿੱਤਾ, ਪਰ ਇੱਕ ਦਿਨ ਅਸੀਂ ਵੀ ਉੱਪਰ ਜਾਣਾ, ਅਸੀਂ ਉਸ ਨੂੰ ਕੀ ਕਵਾਂਗੇ। ਸਾਡਾ ਕੀ ਰਿਕਾਰਡ ਆ ਕਿ ਪਰਮੇਸ਼ਵਰ ਦੇ ਵਿੱਚ ਅਸੀਂ ਕਿੰਨੀਆਂ ਰੂਹਾਂ ਨੂੰ ਬਚਾਉਂਦੇ ਹਾਂ, ਕਿੰਨੇ ਲੋਕਾਂ ਨੂੰ ਅਸੀਂ ਦੱਸਦੇ ਹਾਂ, ਕਿੰਨੇ ਲੋਕਾਂ ਨੂੰ ਅਸੀਂ ਵਚਨ ਦੱਸਦੇ ਹਾਂ। ਹੋ ਸਕਦਾ ਅਸੀਂ ਚੈਨਲ ਤੇ ਨਹੀਂ ਆ, ਹੋ ਸਕਦਾ ਅਸੀਂ ਆਪਣੇ ਮੁਹੱਲੇ 'ਚ ਦੱਸ ਸਕਦੇ ਹਾਂ, ਅਸੀਂ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰਦੇ ਹਾਂ, ਉਹਨਾਂ ਨੂੰ ਦੱਸ ਸਕਦੇ ਹਾਂ। ਹਾਲੇਲੂਇਆ। ਔਰ ਐਸੀ ਚੀਜ਼ਾਂ ਤੋਂ ਸਾਨੂੰ ਦੂਰ ਰਹਿਣਾ ਪਵੇਗਾ ਜਿਹੜੇ ਸਾਨੂੰ ਵਚਨ ਤੋਂ ਰੋਕਦੇ ਨੇ। ਐਸੇ ਰਿਲੇਸ਼ਨ ਤੋਂ ਸਾਨੂੰ ਕੁਝ ਦੂਰ ਹੋਣਾ ਪਵੇਗਾ ਜਿਹੜੇ ਸਾਨੂੰ ਵਚਨ ਤੋਂ, ਕਿਉਂਕਿ ਸ਼ੈਤਾਨ ਦਾ ਕੰਮ ਆ ਸਾਨੂੰ ਰੋਕਣਾ, ਔਰ ਪਰਮੇਸ਼ਵਰ ਦਾ ਕੰਮ ਆ ਸਾਨੂੰ ਚਲਾਉਣਾ ਪ੍ਰਭੂ ਯਿਸੂ ਮਸੀਹ ਸਾਮਰਥੀ ਨਾਂ ਦੇ ਵਿੱਚ। ਹਾਲੇਲੂਇਆ।
ਸਾਨੂੰ ਵਿਸ਼ਵਾਸ ਕਰਨ ਦੀ ਜ਼ਰੂਰਤ ਹੈ ਪਰਮੇਸ਼ਵਰ ਦੇ ਸਾਮਰਥੀ ਨਾਂ ਦੇ ਵਿੱਚ। ਇਹਨੇ ਭੈਣ ਭਰਾ ਦੇਖਦੇ ਆ, ਤੁਸੀਂ ਆਲਰੇਡੀ ਬਲੈਸ ਹੋ ਇਨ ਦ ਨੇਮ ਆਫ ਜੀਸਸ ਕ੍ਰਾਈਸਟ। ਯਿਸੂ ਮਸੀਹ ਦੇ ਸਾਮਰਥੀ ਨਾਂ ਦੇ ਵਿੱਚ ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ਵਰ ਤੁਹਾਨੂੰ ਬਲੈਸ ਕਰੇ ਇਨ ਦ ਨੇਮ ਆਫ ਜੀਸਸ ਕ੍ਰਾਈਸਟ, ਯਿਸੂ ਮਸੀਹ ਦੇ ਸਾਮਰਥੀ ਨਾਂ ਦੇ ਵਿੱਚ। ਔਰ ਮੈਂ ਨਹੀਂ ਜਾਣਦਾ ਕਿਸ ਲਈ ਬਚਨ ਆ, ਲੇਕਿਨ ਪ੍ਰਭੂ ਯਿਸੂ ਮਸੀਹ ਤੁਹਾਨੂੰ ਬਲੈਸ ਕਰੇ ਇਨ ਦ ਨੇਮ ਆਫ ਜੀਸਸ ਕ੍ਰਾਈਸਟ। ਤੁਹਾਡਾ ਆਉਣਾ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਦੇ ਲਈ ਹੋਵੇ ਯਿਸੂ ਮਸੀਹ 'ਚ, ਹਾਲੇਲੂਇਆ। ਤੁਹਾਡਾ ਬਪਟਾਈਜ਼ ਲੈਣਾ ਪਰਮੇਸ਼ਵਰ ਦੀ ਮਹਿਮਾ ਲਈ ਹੋਵੇ, ਹਾਲੇਲੂਇਆ, ਆਮੀਨ। ਕਿਉਂਕਿ ਪਰਮੇਸ਼ਵਰ ਸਾਡੇ ਤੋਂ ਕੁਛ ਚਾਹੁੰਦੇ ਆ, ਪਰਮੇਸ਼ਵਰ ਸਾਡੇ ਤੋਂ ਕੁਛ ਚਾਹੁੰਦੇ ਆ, ਸਾਡੇ ਅੰਦਰੋਂ ਚਾਹੁੰਦੇ ਆ ਸਾਨੂੰ, ਹਾਲੇਲੂਇਆ, ਆਮੀਨ। ਇੱਕ ਵਚਨ ਦੇ ਵਿੱਚ ਜਾਂਦੇ ਹਾਂ ਆਪਾਂ, ਮਾਰਕੁਸ ਦੀ ਕਿਤਾਬ ਦੇ ਵਿੱਚ ਜਾਵਾਂਗੇ। ਮਾਰਕ ਦਾ ਬੁੱਕ, ਆਪਾਂ ਮਾਰਕ ਦੇ ਵਿੱਚ ਜਾਵਾਂਗੇ, ਉਸਦੀ ਚੈਪਟਰ ਨੰਬਰ 9 ਦੇ ਵਿੱਚ ਜਾਵਾਂਗੇ। ਸੇਮ ਚੈਪਟਰ ਹੈ 9 ਔਰ ਵਰਸ ਵੀ ਸੇਮ ਹੀ ਆ 23। ਮਾਰਕੁਸ ਦੀ ਕਿਤਾਬ ਯਾਨੀ ਮਾਰਕ 9 ਉਹਦੀ 23 ਨੂੰ ਪੜਾਂਗੇ। ਚੈਪਟਰ ਨੰਬਰ 9 23 वर्स। यीशु ने उनसे कहा, यदि तू कर सकता है, ये क्या बात है, विश्वास करने वाले के लिए सब कुछ हो सकता है, आमीन। एक बंदा आया, कहता प्रभु मेरे बालक दे विचों कहता दुष्ट आत्मा कढ़ दे जे तू कर सकदा है। यीशु मसीह कहता इदां दी किहड़ी गल आ कि तू मैनूं ये कह दिता कि तू जे कर सकदा, कहता तैनूं विश्वास नहीं है कि मैं कर सकदा सारा कुछ। अज लोग यीशु मसीह दे मूहरे आउंदे आ सिर्फ ये सोच के कि पता नहीं परमेश्वर करेगा कि नहीं। परमेश्वर सारा कुछ कर सकदा, कहता विश्वास करने वालियां लई सारा कुछ पॉसीबल है, एवरीथिंग पॉसीबल इन द नेम ऑफ जीसस क्राइस्ट, हालेलुया, आमीन। अगर साडा फेथ साडा विश्वास हैगा यीशु मसीह दे विच, सारा कुछ संभव है। पर सानू चलना होना चाहिए कि असीं जीसस क्राइस्ट दे विच चलना किस तरह है। अगर असीं परमेश्वर दे काम कर रहे हैं, ऑलरेडी परमेश्वर साडी लाइफ दे विच सारा कुछ पूरा कर रहा, डे बाय डे साडी लाइफ नूं बना रहा। तुसीं ब्लैसिंग नूं लैण लई अज इस जगह दे उत्ते हो, अज ब्लैसिंग नूं लैण लई खड़े हो, अज ब्लैसिंग नूं लैण लई वचन सुन रहे हो यीशु मसीह दे नाम दे विच, आमीन। ब्लैसिंग तुहाडा पिछा करनियां, तुसीं पिछा यीशु मसीह दा करोगे यीशु मसीह दे नाम दे विच। अज मेरी कमांड आ, हर दुष्ट आत्मा जिहड़ी जीसस क्राइस्ट दे पिछा करन तो तुहानूं रोके, मैं कमांड करदा शैतान दी गंदी ताकत तुहाडी बॉडी नूं, तुहाडे घराने नूं यीशु मसीह दे नाम दे विच छड्ड के जांदी रहो और तुसीं ब्लैस हो सको इन द नेम ऑफ जीसस क्राइस्ट, आमीन, हालेलुया, हालेलुया, थैंक यू जीसस क्राइस्ट। मैं विश्वास करता हूं कि तुसीं ब्लैस हो, ऑलरेडी ब्लैस हो। अब्राहम दी संतान चुनी हुई संतान है, कोई ऐरी गैरी नहीं है कि किसी भी यीशु मसीह ने इकट्ठे कर लिया। इस तरह वो इकट्ठे अगर कीते आ उसने तो वो हीरे बनाने लई कीते आ। अगर तुसीं पत्थर सीगे हुण हीरे बनाने लई तुहानूं पॉलिश किया जा रहा ताकि तुसीं हीरियां की तरह चमक सको, हालेलुया, आमीन। और तुसीं हीरे नूं देखो, एक पत्थर हुंदा आ नॉर्मल, उहनूं पता नहीं कितनी बार रगड़दे आ, कितनी पॉलिश की जाती है। जब पॉलिश करते आ बार बार पॉलिश करन तो बाद एक दिन वो चमकदा, वो हीरा बनता, जो हीरा बनता डायमंड बन जाता, उसकी कीमत लगती है, हालेलुया। अज हो सकता तुम बीमारी विच होवो, प्रॉब्लम विच होवो, बहुत सारी मुसीबत दे विच होवो, पर एक दिन जदों तुसीं हीरे बन गए तुहानूं तुसीं चमकदे हुए दिखोगे यीशु मसीह नाम दे विच, आमीन। एक टाइम मैं पत्थर सीगा 2012 विच, 13 विच, 14 विच, किसी नूं पता नहीं सी मेरे बारे, और ना मैं इस तरह वचन सुनाउंदा सी, ना मैं किसी दे मोहरे शो सीगा। 2012, 13, 14 में सिर्फ मैं बचन सुनता हुंदा सीगा और मैं लोगों को सुनता हुंदा, कुछ सिस्टर नूं सुनना, किसी कोई सिस्टर हैवन परमेश्वर किसी नूं दिखाउंदा हुंदा, किसी दे उत्ते रोशनी, किसी उत्ते कुछ दिखाउंदा हुंदा, और मैं ये सुनता रहिंदा हुंदा कि ये की हो रहा, इदां दा किहड़ा परमेश्वर आ जिहड़ा ये सारियां चीज़ां कर रहा, और बहुत लोगों के नाल ये सारा कुछ हो रहा। सिर्फ मैं सुनने वाला मसीह सीगा उस टाइम, और मैं सारियां गल्लां सुनदा रहिंदा हुंदा, लोकां दीयां टेस्टमनीआं सुननियां, और लोकां नूं मैं वैसे ही प्रचार करदा रहिंदा हुंदा, दसदा रहिंदा हुंदा कि यीशु मसीह तुहाडे नाल चंगा कर सकदा, क्योंकि मैं खुद अपनी लाइफ च कुछ नहीं देखिया सीगा, पर मैं लोकां नूं बस वैसे ही दसदा हुंदा कि यीशु मसीह सारा कुछ कर सकदा है, क्योंकि मैं ऑलरेडी सुन रहा सीगा चर्चा दे विच कि जीसस क्राइस्ट इस तरह आ, यीशु मसीह सारा कुछ कर सकदा, लोगों के नाल सारा कुछ चंगा हो रहा सीगा। पर जदों मैं यीशु मसीह च आया मेरे नाल कुछ ऐसा चंगा नहीं हो रहा सीगा, लेकिन मेरे सिर दे विच सट लगी, प्रॉब्लम आईयां, काफ़ी गड्डियां खराब हुईयां, मेरे जॉब के उत्ते प्रॉब्लम आई, और मैं डे बाय डे नीमा हुंदा गया। मेरे कोल जो कुछ भी सीगा वो सारा कुछ स्टॉप हो चुका सीगा, मेरा बिजनेस सारा कुछ खत्म हो चुका सीगा,
जो मेरे को शॉप सीगियां, मेरा बिजनेस सीगा छोटा, एक मिडल क्लास बिजनेस सीगा, मेरी शॉप सीगी, वो सारा कुछ स्टॉप हो चुका है, खत्म हो चुका सीगा। मैनू लगदा नहीं सी कि यीशु मसीह कर सकदा, पर फिर भी मैं लोगों नूं यही दसदा हुंदा कि यीशु मसीह सारा कुछ कर सकदा, क्योंकि उस टाइम मैनू पता नहीं सी। मैं सिर्फ सुनन वाला मसीह सीगा 2012 13 14 15 दे विच, सिर्फ सुनता होंदा ही, और मैं कुछ भी मैनू पता नहीं सी, सिर्फ बाइबल नूं देखदा हुंदा ही, बाइबल पढ़दा हुंदा ही। और बाइबल दे विच मैनू बड़ा वधिया लगदा है बाइबल नूं पढ़ना, और मैं बाइबल दे विच पढ़ के वचन लिखने, मेरे को कापियां भरियां पईयां इदां वचन मैं लिखी जाने, पर मैनू ये नहीं पता हुंदा ये वचन मैं क्यों लिख रहा, काहदे लई लिख रहा, की कारण है इहदा कि मैं बाइबल दे विच वचन लिख रहा। मैनू चंगे बहुत लगदे हुंदे सीगे, और मैनू नहीं पता ही मैं लोगों को ये सुनावांगा या दसांगा, लेकिन अज परमेश्वर ने उस चीज़ को मेरे उत्ते प्रगट किया, और मैं तुहानूं वचन सुना रहा। हुण जो परमेश्वर कह रहा, मैनू कुछ दस रहा, कुछ समझा रहा, हुण भी परमेश्वर नूं मैं फॉलो करदा। मैनू पता आने वाले दिनों में भी परमेश्वर एक दिन पूरा करेगा, क्योंकि उन्हें सारा कुछ पूरा किया यीशु मसीह दे नाम दे विच। आमीन, हालेलुया, क्योंकि वो सारा कुछ कर सकदा। हालेलुया। अज मैं किसी चीज़ के पिछे या किसी कारण के पिछे यीशु मसीह के मगर नहीं हाँ, अज मैं सिर्फ जीसस क्राइस्ट के पिछे, जीसस क्राइस्ट के लिए हाँ। तो वो हर धरती दियां जिहड़ियां चीज़ां खूबसूरत चीज़ां होनियां चाहिए, एक जंगमैन कोल ऑलरेडी मेरे कोल हैगियां। अज मैनू कोई कुछ कह नहीं सकता इस तरह कि आ भाई तेरे को इस तरह नहीं है, तेरे माता पिता मसीह च नहीं है, या तेरे घर नहीं है, या तेरे को कुछ नहीं है, तेरे रहने लई स्थान नहीं, या कुछ नहीं है, तेरे को डॉक्यूमेंट नहीं। एवरीथिंग जिहड़ियां एक जंगमैन को चीज़ां होनियां चाहिए ऑलरेडी मेरे कोल, जिहड़ी प्रॉपर मेरे को कोई चीज़ होनी चाहिए सी, एवरी चीज़ां अज उन्हां दे विचों दी मैं जा रहा, क्योंकि मेरा फोकस इक्को ही आ, वो जीसस क्राइस्ट है, और हमेशा ही रहेगा यीशु मसीह दे नाम दे विच। आमीन, हालेलुया। क्योंकि जो असीं प्रभु यीशु मसीह के मगर आने, असीं इनकार करके आने, जो इनकार करके आने, परमेश्वर सातों सिर्फ ये देखना चाहता कि ये सचमुच मेरे लिए इनकार करते हैं। इसका मतलब ये नहीं है कि परमेश्वर कुछ देना नहीं चाहता, परमेश्वर देना चाहता। अगर तुम बाइबल में पढ़ो, लिखा दाऊद के कोल इन्नी प्रॉपर्टी सीगी कि दाऊद हैरान सीगा, हर लड़ाई वो जित रहा सीगा। अब्राहम धनी पुरुष बन गया, दानियल राजियां दे नाल रहा। क्यों रहा? क्योंकि उन्होंने अपने आप का इनकार कर दिता ही। जो दानियल नूं उन्होंने कहा तेनों शेरां की गुफा के वाड़िया जाएगा, तद भी उन्हें अपने आप का इनकार करता ही, कहता कोई गल नहीं, मैनू कोई परवाह नहीं अपनी बॉडी की या किसी चीज़ की। उन्हें इनकार किया होया ही, और तुसीं देखिया शेर उन्होंने खा नहीं सके, बल्कि वो राजियां नूं जरूरत पई दानियल की। एक राजे नूं अगर जरूरत पैंदी दानियल की, तो मैं भी शायद सोच लेंदा कि यह कुदरत के हिसाब ना हो गया होना कि दानियल की जरूरत पै गई एक राजे नूं। पर मैं जो बाइबल पढ़ रहा दानियल की पुस्तक नूं, लिखिया 4 राजियां नूं लगातार जरूरत पई दानियल की, लगातार। ये पॉसीबल नहीं है कि एक बंदे की लगातार जरूरत पवे, ये पॉसीबल नहीं है, ये मिरेकल हो सकता है, ये नॉर्मल गल नहीं है, कुदरत कदरत नहीं है, ये कोई ये नॉर्मल गल नहीं है। जिस तरह आप कह दी इस्तफाक ना हो गया, इस्तफाक ना एक बार हो सकता, पर 4 बार इस्तफाक ना नहीं हो सकता, और वो भी लगातार राजियां दे नाल लगातार सालां दे साल रहना। ये पॉसीबल नहीं है, ये पॉसीबल नहीं है, ये परमेश्वर का हाथ ही हो सकता है, ये पॉसीबल नहीं है। हालेलुया। कि दानियल की जरूरत पवे, हर राजे नूं जरूरत पवे, पॉसीबल नहीं है। जब मैं बाइबल नूं पढ़दा, मैं हैरान हो जाना कि ये किस तरह एक अगर दानियल की जरूरत एक राजे नूं पई हुंदी, तो मैं भी सोचदा लै हो गया होना लक, जिद्दां आपां दुनियादारी च कहदे लकी इंसान आ, लक चल गया होना। लक एक बार चल सकदा, लकी इंसान मन्निया एक बार कामयाब हो गया, पर लगातार सालों साल 4 राजियां नूं जरूरत पवे, पॉसीबल ही नहीं है। हालेलुया। इसदा मतलब सी कि परमेश्वर का हाथ उहदे नाल हैगा आ। आमीन। साडी जरूरत पेगी धरती के हर एक जन नूं यीशु मसीह नाम दे विच, साडी जरूरत पेगी आने वाले दिनों के विच यीशु मसीह सामर्थी नाम दे विच। गौरमेंट नूं हर एक जन नूं, हर एक अन्य जाति नूं जरूरत पेगी साडी। आमीन, हालेलुया। सानू ऐसा चमकाएगा परमेश्वर, वो ऐसा परमेश्वर है। एक टाइम इदा का ही दानियल इनकार किया, शेरां की गुफा जा रहा, वो 3 फ्रेंड सीगे, उन्होंने इनकार कर दिता, उन्होंने अग की भट्ठी में बाड़िया गया। लिखिया वो जले तक नहीं, उन्होंने कपड़े तक जले नहीं, पॉसीबल ही नहीं आए। लिखिया वो सारे यहूदियों को माफ़ किया गया। क्यों? क्योंकि जब उन्होंने देखा गया कि भाई इन्हों के नाल सचमुच कोई परमेश्वर हैगा आ कि जिहड़ा इन्हों जलन ही नहीं दिता, इन्हों के कपड़े तक नहीं आ चाहिए। हालेलुया। ऐसा परमेश्वर आ। बाइबल विच लिखिया, कहंदा तुसीं अग दे विचों दी जाओगे पर अग थानू जला नहीं सकेगी, तुसीं पानियां दे विचों दी जाओगे पानी थानू डुबो नहीं सकणगे। आमीन, हालेलुया।
अगर मूसा ਜਦੋਂ ਆਪਾਂ ਦੇਖਦੇ ਹਾਂ मूसा ਛੁਡਾਉਣ ਜਾਂਦਾ ਮਿਸ਼ਰੀਆਂ ਦੇ ਕੋਲੋਂ ਇਜ਼ਰਾਈਲੀਆਂ ਨੂੰ, ਉਹ ਨੋਰਮਲ ਰਾਸਤੇ ਤਾਂ ਨਹੀਂ ਜਾਂਦਾ, पर परमेश्वर जो छड़ा के लैके आउंदे मूसा दे नाल इजराइलियां नूं, परमेश्वर उहनूं नॉर्मल रास्ते ताईं लिया सकदा सीगा जिद्दर दी मूसा गया होएगा, पर परमेश्वर इदां नहीं लैके आया उहनूं। जिद्दर दी लैके गया उधर दी नहीं लैके आया, बल्कि उहनूं समुद्र दे विचों दी लैके आया, ताकि मूसा भी देख सके, इसराइली भी देख सकन और मिशरी भी देख सकन कि इन्हां दे नाल यहोवा परमेश्वर आ। समुद्र जब दो भाटां दे विच होया, ये पॉसीबल नहीं आ कि इस तरह दीवारां खड़ियां हो जान और विचों दी इजराइली निकल जाए, पॉसीबल नहीं। अगर इदा होया आ, इहदा मतलब सी कि हथ नाल सीगा परमेश्वर दा उहनां दे। हालेलुया, आमीन। अज बहुत लोग मुसीबत विच दुखां दे विच आ, ये पॉसीबल नहीं आ कि तुसीं दुखां दे विचों, परमेश्वर ने तुहानूं दुखां दे विच शायद इस करके लिआंदा होवे कि तुहाडे उत्ते एक प्लैनिंग बनाई जा सके, और तुसीं समझोगे उस चीज़ नूं। परमेश्वर तुहातों कुछ रोकना नहीं चाहुंदा, वो तुहानूं चमकाउणा चाहुंदा आ, तुहानूं तैयार कर रहा। जद 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 कमियार जद घड़े नूं बनाउंदा, वो कमियार एक मिट्टी नूं लैंदा धरती दे उत्तों, जब मिट्टी नूं थोड़ी मिट्टी नूं धरती तो चक्या जांदा, मिट्टी भी शायद रोंदी होवेगी कि मैनूं मेरी फैमिली चों अलग कर दिता है, मैं अपनी फैमिली दे नाल रली पई सीगी, धरती दे उत्ते मैदान दे विच रली पई सी, मैनूं इहने अलग क्यों कर दिता। जदों घमियार मिट्टी नूं अलग कर दिंदा धरती तो नालों, कुछ मिट्टी नूं उहनूं पानी च डुबोंदा, उहनूं बैप्टाइज दिंदा मिट्टी नूं, पानी च डुबो के ओहदा एक बर्तन बनाउंदा, उहनूं गिला करदा, उहनूं घुमाउंदा, उहनूं ओहदा कई कुछ ओहदी शेप बनाउंदा, डिजाइन बनाउंदा ओहदा। मिट्टी भी रोंदी होएगी कि ये की कर रहा मैनूं, बाकी सारी मिट्टी उद्दां ही पई आ, पर ये मेरे दुआले क्यों लगा आ। घमियार उस मिट्टी नूं पानी दिंदा, सारा कुछ दिंदा, वो सारा बना के उसनूं फिर धुप्पे टंग दिंदा उसनूं। मिट्टी भी रोंदी होवेगी कि सारी मिट्टी मजे ना रहन डई आ, मैनूं इहने किद्दां टंगिया होया। अज इसी तरह कुछ विश्वासी आ, अज परमेश्वर जदों उन्हां नूं तैयार कर रहा, वो रोंदे ने, फिर उन्होंने परमेश्वर चैक कर रहा, इदां लगदा उन्हां नूं कि सानूं इदां क्यों टंगिया होया परमेश्वर ने, क्यों परमेश्वर सानू छुड़ा नहीं रहा, परमेश्वर ने इस तरह सानू टंग के क्यों रखा हुआ। पर वो ये नहीं जानते कि जिदन असी पक गए उस टंगे हुए घड़े की तरह साडी कीमत होएगी, असी पछाने जावांगे, मिट्टी नूं कोई पुछेगा नहीं, पर घड़ियां नूं हर कोई पुछेगा। लोग उहदे विचों दी पानी नूं पीणगे, साडे विचों दी दुध शहद दीआं नदियां बहणगियां, साडे विचों दी लोग परमेश्वर दी मिठास नूं पीणगे यीशु मसीह दे नाम दे विच। आमीन, हालेलुया। एक दिन तुसीं घड़े की तरह तैयार होके बैठोगे यीशु मसीह दे नाम दे विच। हालेलुया। अज हो सकता तुहानूं लगदा होए कि मेरे लिए पता नहीं कुछ होएगा कि नहीं होएगा, पर जिदन तुसीं बन गए परमेश्वर दे नाम दे विच, जिदन तुसीं खड़े होंगे, तुहानूं दूरों पछाने जाओगे, समझ आएगी कि परमेश्वर ने कुछ किया मेरे लिए। जदों विश्वासी आउंदा है चर्च विच बड़े चाह ना आउंदा, पर थोड़े दिनों बाद उहदे ते एक प्रॉब्लम क्रिएट होंदी आ, ओहदी ब्लैसिंग रुकनी शुरू होंदी आ। पहला मिरेकल होंदा, एक दो हो जांदे आ, फिर वो रुकदा आ, फिर उहनूं लगदा पता नहीं यीशु मसीह कुछ कर नहीं रहा, परमेश्वर उहनूं हुण तैयार कर रहा, डे बाय डे उन्होंने तैयार कर रहा हुण कि काका हुण तू तैयार भी होना है, हुण तू कल्ली ब्लैसिंग नहीं लैनी, हुण तू तैयार होना, क्योंकि हुण तैनूं मैं प्लैनिंग के अनुसार चलाउणा। फिर विश्वासी दे उत्ते प्लैनिंग तैयार होनी शुरू हो जाती परमेश्वर की। जो प्लैनिंग तैयार होंदी है हौली हौली उहदे उत्ते प्लैनिंग बनदी वो एकदम वो ऐसी जगह ते पहुँच जाता जिथे उन्होंने सोचा भी नहीं हुंदा। परमेश्वर उन्होंने फिर इस्तेमाल करदी, जदों इस्तेमाल करदे फिर उन्होंने समझ आउंदी आ कि सचमुच परमेश्वर ने मैनूं चुनिया सीगा। हालेलुया। आपां प्रभु यीशु मसीह दे सामर्थी नाम दे विच हुण प्रार्थना दे विच ही आवांगे। मेरा विश्वास है कि तुसीं सेम नहीं रहोगे अज दे वचन तो बाद, तुसीं तैयार हो रहे हो इन द नेम ऑफ जीसस क्राइस्ट। मैं तुहाडे नाल अगले 5 मिनट आपां प्रार्थना दे विच। मेरा विश्वास है कि अज दा वचन तुहानूं चेंज कर चुका है यीशु मसीह दे सामर्थी नाम दे विच। और तुसीं आए अपनी मर्जी नाल नहीं है, तुहानूं परमेश्वर ने खिंचा होया। अगर उसने खिंचा वो तुहानूं चलाएगा भी, उठाएगा भी, ब्लैस भी करेगा, सब कुछ देगा भी। अन्य जातियों में ज़्यादा तुहाडे कोल होएगा यीशु मसीह नाम दे विच। बाइबल च लिखा तेरे टेबल ते ऐसियां वस्तुआं होणगियां कि अन्य जाति देख के हैरान होणगे कि काश साडे को भी हुंदियां। हालेलुया, आमीन। अपने हत्थां नूं उठाओ यीशु मसीह सामर्थी नाम दे विच। अपनी अखां नूं बंद करो, तुसीं जिस जगह के उत्ते भी हो, तुसीं जिस कंट्री विच भी हो, यीशु मसीह सामर्थी नाम दे मैं तुहाडे लई प्रार्थना शुरू करन जा रहा। और बहुत जल्द अपना सॉन्ग आ रहा, कलवरी सॉन्ग है, वो परमेश्वर के बारे ही सारा कुछ है, और किद्दां पाप आया सी उस दे बारे आ, और यीशु मसीह ने उस पाप नूं किद्दां खत्म कर दिता उस दे बारे आ। और असी अज की परमेश्वर लिए करना, की परमेश्वर ने साडे लिए कीता, की कर दिता उन्हें प्यार प्यार विच, वो सारा कुछ दस्सिया गया उस सॉन्ग विच।
ਅਸੀਂ ਪੂਰਾ ਕੋਸ਼ਿਸ਼ ਕੀਤੀ ਆ ਕਿ ਉਸ ਸੌਂਗ ਦੇ ਵਿੱਚ ਸਾਰਾ ਕੁਝ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਲਈ ਹੋਵੇ। ਔਰ ਮੈਂ ਔਰ ਬ੍ਰਦਰ ਜੈਮਲ ਇਸ ਦੇ ਲਈ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਜਿਹਦੇ ਕਾਰਨ ਅਸੀਂ ਬਚਨ 'ਚ ਵੀ ਥੋੜ੍ਹਾ ਜਿਹਾ ਲੇਟ ਹੋ ਜਾਂਦੇ ਹਾਂ ਕਈ ਵਾਰ। ਜਿੱਦਾਂ ਸਾਡਾ 7:30 ਦਾ ਟਾਈਮ ਆ, 8:30 ਹੋ ਜਾਂਦੇ ਆ, ਕਿਉਂਕਿ ਉਹ ਵੀਡੀਓ ਸ਼ੂਟ ਹੋ ਰਹੀ ਆ, ਵੀਡੀਓ ਦੀ ਅਸੀਂ ਸ਼ੂਟਿੰਗ ਵਗੈਰਾ ਸਾਰਾ ਕੁਝ ਚੱਲ ਰਿਹਾ ਹੈ। ਲੇਕਿਨ ਬਹੁਤ ਜਲਦ ਉਹ ਸੌਂਗ ਤੁਹਾਡੇ ਅੱਗੇ ਆਏਗਾ ਯਿਸੂ ਮਸੀਹ ਦੇ ਨਾਂ ਦੇ ਵਿੱਚ। ਔਰ ਪਰਮੇਸ਼ਰ ਤੁਹਾਨੂੰ ਉਸ ਸੌਂਗ ਦੇ ਰਾਹੀਂ ਬਲੈਸ ਕਰੇਗਾ। ਸਭ ਨੇ ਪ੍ਰਾਰਥਨਾ ਕਰਨੀ ਉਸ ਸੌਂਗ ਦੇ ਲਈ ਕਿ ਤੁਹਾਡੀ ਲਾਈਫ 'ਚ ਜਦੋਂ ਉਹ ਸੌਂਗ ਆਏ, ਪ੍ਰਭੂ ਯਿਸੂ ਮਸੀਹ ਦੀ ਮਹਿਮਾ ਤੁਹਾਡੇ ਘਰਾਂ ਤੱਕ ਪਹੁੰਚ ਸਕੇ, ਤੁਹਾਡੇ ਘਰਾਂ ਦੇ ਵਿੱਚ ਐਂਟਰ ਹੋ ਸਕੇ ਯਿਸੂ ਮਸੀਹ ਦੇ ਨਾਂ ਦੇ ਵਿੱਚ। ਆਮੀਨ, ਹਾਲੇਲੂਇਆ। ਔਰ ਉਸ ਸੌਂਗ ਨੂੰ ਮੈਂ ਲਿਖਿਆ ਹੋਇਆ ਪ੍ਰਭੂ ਯਿਸੂ, ਮੈਂ ਆਪਣੇ ਆਪ ਨੂੰ ਇਹ ਮਹਿਮਾ ਨਹੀਂ ਦਿੰਦਾ ਕਿਉਂਕਿ ਉਹ ਆਤਮਾ ਰਾਹੀਂ ਲਿਖਿਆ ਗਿਆ ਆ। ਔਰ ਉਸ ਨੂੰ ਮੈਂ ਗਾਇਆ ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਨਾਂ ਦੇ ਵਿੱਚ। ਔਰ ਮੇਰਾ ਵਿਸ਼ਵਾਸ ਹੈ ਤੁਸੀਂ ਸਭ ਲਾਈਕ ਕਰੋਗੇ ਉਸ ਨੂੰ ਯਿਸੂ ਮਸੀਹ ਦੇ ਸਾਮਰਥੀ ਔਰ ਪਵਿੱਤਰ ਨਾਂ ਦੇ ਵਿੱਚ। ਔਰ ਬ੍ਰਦਰ ਜੈਮਲ ਉਸ ਦੀ ਵੀਡੀਓ ਸਾਰਾ ਕੰਮ ਉਸਦਾ ਜੋ ਵੀ ਉਸਦੀ ਮਿਊਜ਼ਿਕ ਵਗੈਰਾ ਸਾਰਾ ਕੁਝ ਕਰਾ ਰਹੇ ਆ ਯਿਸੂ ਮਸੀਹ ਦੇ ਸਾਮਰਥੀ ਨਾਂ ਦੇ ਵਿੱਚ। ਉਹਨਾਂ ਦਾ ਬਹੁਤ ਵੱਡਾ ਹੱਥ ਹੈ ਉਸ ਸੌਂਗ ਦੇ ਵਿੱਚ। ਔਰ ਮੇਰਾ ਵਿਸ਼ਵਾਸ ਆ ਕਿ ਪ੍ਰਭੂ ਯਿਸੂ ਮਸੀਹ ਦਾ ਹੱਥ ਸਭ ਤੋਂ ਵੱਡਾ, ਸਾਡੇ ਨਾਲੋਂ ਵੀ ਵੱਡਾ ਉਸ ਸੌਂਗ ਦੇ ਵਿੱਚ। ਔਰ ਤੁਹਾਡੇ ਉਹ ਅਸੀਂ ਬਹੁਤ ਜਲਦ ਤੁਹਾਡੇ ਕੰਨਾਂ ਦੇ ਵਿੱਚ ਪਏਗਾ, ਉਹ ਦਿਲਾਂ ਦੇ ਵਿੱਚ ਜਾਏਗਾ ਉਹ, ਔਰ ਤੁਹਾਨੂੰ ਬਲੈਸ ਕਰੇਗਾ ਉਹ ਯਿਸੂ ਮਸੀਹ ਦੇ ਨਾਂ ਦੇ ਵਿੱਚ। ਆਮੀਨ, ਹਾਲੇਲੂਇਆ। ਆਪਣੇ ਹੱਥਾਂ ਨੂੰ ਉਠਾਉਣਾ, ਆਪਾਂ ਤੁਹਾਡੇ ਲਈ ਪ੍ਰਾਰਥਨਾ ਕਰਦੇ। ਮੈਂ ਤੁਹਾਡੇ ਨਾਲ ਅਗਲੇ 4 ਮਿੰਟ ਆ ਯਿਸੂ ਮਸੀਹ ਦੇ ਸਾਮਰਥੀ ਨਾਂ ਦੇ ਵਿੱਚ ਆਪਾਂ ਸਭ ਪ੍ਰਾਰਥਨਾ ਕਰਾਂਗੇ ਇਨ ਦਾ ਨੇਮ ਆਫ ਜੀਸਸ ਕ੍ਰਾਈਸਟ। ਜਿਹਨੇ ਮੇਰੇ ਭੈਣ ਭਰਾ ਦੇਖ ਰਹੇ ਆ, ਮੈਂ ਤੁਹਾਨੂੰ ਦੇਖ ਰਿਹਾ ਹਾਂ ਆਲਰੇਡੀ ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਨਾਂ ਦੇ ਵਿੱਚ ਮੈਂ ਤੁਹਾਡੇ ਲਈ ਪ੍ਰਾਰਥਨਾ 'ਚ ਆਵਾਂਗਾ ਇਨ ਦਾ ਨੇਮ ਆਫ ਜੀਸਸ ਕ੍ਰਾਈਸਟ। ਸਭ ਨੇ ਆਪਣੇ ਅੱਖਾਂ ਨੂੰ ਬੰਦ ਕਰਨਾ। ਔਰ ਜਿੰਨੇ ਭੈਣ ਭਰਾ ਨਹੀਂ ਦੇਖ ਸਕੇ ਬਾਅਦ 'ਚੋਂ ਦੇਖਣਗੇ, ਮੈਂ ਸਭ ਦੇ ਲਈ ਪ੍ਰਾਰਥਨਾ ਕਰਾਂਗਾ ਇਨ ਦਾ ਨੇਮ ਆਫ ਜੀਸਸ ਕ੍ਰਾਈਸਟ। ਤੁਹਾਨੂੰ ਪਰਮੇਸ਼ਰ ਤੁਹਾਨੂੰ ਬਲੈਸ ਕਰੇ ਇਨ ਦਾ ਨੇਮ ਆਫ ਜੀਸਸ। ਆਮੀਨ, ਹਾਲੇਲੂਇਆ। हे पिता प्रभु यीशु मसीह नासरी यहोवा पिता परमेश्वर, अज मैं जिन्ने मेरे भैन भरा देखते ने पिता परमेश्वर, तू मैनू दास के रूप के खड़ा किया, एक वर्शिपर के रूप के खड़ा किया। मैं तेरा धन्यवाद करदा यीशु मसीह नासरी। और मैं इन्हां लई प्रार्थना करदा हाँ पिता तेरा आत्मा इन्हां दी जिंदगी च काम करे यीशु मसीह नां दे विच। ये तेरी प्लैनिंग के नीचे होण पिता परमेश्वर यीशु मसीह नां दे विच ब्लैस हो सकन। प्रभु तू सारा कुछ कर सकदा है पिता, तेरा हाथ इन्हां दी जिंदगी के उत्ते आए पिता, तेरी महिमा इन्हां दी जिंदगी के उत्ते आए। मेरा विश्वास है पिता कि तू सारा कुछ कर सकदा है। तेरा आत्मा इन्हां दी जिंदगी च काम करे यीशु मसीह नां दे विच। पिता परमेश्वर तेरी महिमा तेरी वड्डाई काम करे यीशु मसीह नां दे विच। हर शैतान दी चौच चलाकी इन्हां दी लाइफ नूं छड्ड के जांदी रहे यीशु मसीह नां दे विच। गो इन द नेम ऑफ जीसस क्राइस्ट। हर शैतानी ताकत इन्हां दी लाइफ नूं छड्ड के जांदी रहे यीशु मसीह नां दे विच। पिता परमेश्वर मैं विश्वास करदा इन्हां दे घराने उठण इन द नेम ऑफ जीसस क्राइस्ट। ओ पिता मैं विश्वास करदा प्रभु तू सब कुछ कर सकदा है। मेरे पिता तेरे आत्मा तेरा अभिषेक इन्हां जिंदगी च काम करे इन द नेम ऑफ जीसस क्राइस्ट। हर अंधकार दी ताकत इन्हां लाइफ नूं छड्डे निकले और जाए यीशु मसीह के नाम में इन द नेम ऑफ जीसस क्राइस्ट। मेरे पिता मैं विश्वास करता हूँ यीशु मसीह के नाम में इतने बहन भाई देख रहे हैं इस मीटिंग को यीशु मसीह के सामर्थी नाम में वो ब्लेस हो इन द नेम ऑफ जीसस क्राइस्ट। जो इसको बाद में देखें वो ब्लेस हो यीशु मसीह के सामर्थी नाम में। पिता आपकी महिमा आपकी वडाई इनके बीच में समा जाए यीशु मसीह के नाम में। हर अंधकार की ताकत छोड़े और निकले और जय यीशु मसीह के नाम में। पिता परमेश्वर मैं सबके लिए प्रार्थना करता हूँ यीशु मसीह के नाम में। इतने बहन भाई पिता परमेश्वर और सॉन्ग के लिए जो प्रार्थना कर रहे हैं मैं सबके लिए प्रार्थना करता हूँ प्रभु कि सबको ब्लेस करें आप प्रभु यीशु मसीह के नाम में। जो महान परमेश्वर प्रभु यीशु मसीह नासरी इस चैनल को सपोर्ट कर रहे हैं, इस चैनल के साथ खड़े हैं पिता परमेश्वर। और जितने बहन भाई पिता परमेश्वर आपकी मिनिस्ट्रियों को चलाते हैं पिता परमेश्वर, दास सेवक संत पिता परमेश्वर, मैं सबके लिए प्रार्थना करता हूँ पिता परमेश्वर। जितनी चर्चे हैं आपकी पिता परमेश्वर सबके लिए मैं प्रार्थना करता हूँ यीशु मसीह के नाम में। और आपकी महिमा के लिए हो वो ब्लेस हो सके इन द नेम ऑफ जीसस क्राइस्ट यीशु मसीह के नाम में। पिता परमेश्वर इंडिया में जितने बहन भाई जितनी प्रार्थना करते हैं पिता परमेश्वर सबके लिए मैं प्रार्थना करता हूँ यीशु मसीह के सामर्थी नाम में। हर मिनिस्ट्री के लिए प्रभु यीशु मसीह के सामर्थी नाम में। पिता तूने जगत के लिए क्रूस उठाया, जगत को बचाया पिता परमेश्वर। हम जगत के लिए काम कर सके यीशु मसीह के सामर्थी नाम में। आपकी महिमा के लिए काम करे यीशु मसीह के नाम में। इसमें हमारी नहीं आपकी बढ़ाई हो मेरे प्रभु यीशु मसीह नासरी। आपके नाम को जलाल मिले पिता परमेश्वर। हम घटें आप बढ़ें, आपकी महिमा हमारे जीवन से हो यीशु मसीह के सामर्थी नाम में इन द नेम ऑफ जीसस क्राइस्ट। और मेरे प्रभु यीशु मसीह नासरी मैं आपका धन्यवाद करता हूँ। हर शैतान की योजना को इनकी लाइफ से कैंसिल कर देता हूँ, स्टॉप कर देता हूँ, फॉरगेट कर देता हूँ प्रभु यीशु मसीह के सामर्थी नाम में। निकले और जय यीशु मसीह के नाम में
ये अपडेट हो प्रभु यीशु मसीह के नाम में। पिता परमेश्वर आगे बढ़े, इनकी लाइफ प्रभु यीशु मसीह के सामर्थ्य नाम में न्यू बिगिनिंग की तरह हो यीशु मसीह के सामर्थ्य नाम में। आज से स्टार्टिंग हो इनकी लाइफ यीशु मसीह के नाम में। हर अंधकार की ताकत, व्यभिचार की ताकतें, नशे की ताकतें इनके गर्भ के हर एक सदस्य को छोड़ के जाती रहे यीशु मसीह के नाम में। पिता ये ब्लेस हो सकें, आपके स्वर्ग के प्रभु यीशु मसीह नासरी दीवार को देख सकें, इनको ड्रीम आए, इनको दर्शन आए। पिता परमेश्वर यीशु मसीह के नाम में आपके बच्चे बच्चे प्रोफेसियां करें, जवान दर्शन देखें और बुढ़ापे वाले सपन देखें, और आपके दास दासियां आपके पवित्र कामों को करें हर तरीके के साथ जो आप उनसे जैसे आप कराना चाहते हैं यीशु मसीह के नाम में। इन द नेम ऑफ जीसस क्राइस्ट, यीशु मसीह के सामर्थ्य नाम में हर अंधकार की ताकत इनकी लाइफ को छोड़े, निकले और जाए यीशु मसीह के नाम में। Go in the name of Jesus Christ. Go in the name of Jesus Christ. Fire in the name of Jesus Christ. हर शैतानी आत्मा इनकी लाइफ को छोड़े, मैं आग के साथ डांटता हूं, कमांड करता हूं, इनके घरों से हर दुष्ट आत्मा निकले और जाए। इनके घर में दुष्ट आत्मा का कोई अधिकार नहीं। मैं आपका दास होने के नाम पर कमांड करता हूं पिता, जितने बहन भाई देखे उनके घर से दुष्ट आत्मा निकले और जाए यीशु मसीह के नाम में। हर जादू टूना, हर प्रभु यीशु मसीह नासरी गलत खिलाने वाला खाना, हाँ वो श्रापित हो यीशु मसीह के नाम में, निकले और जाए यीशु मसीह के नाम में। कोई महान परमेश्वर, जादू टूना, कोई शैतानी शक्ति इनके ऊपर काम ना कर सके। यीशु मसीह के नाम में मैं स्टॉप करता हूं, डांटता हूं आपका दास होने के नाम पर। आपने कहा मेरे लोगों को मैंने अधिकार दिया सपों और विषयों को मीदने का और दुष्ट आत्मा पे फतेह पाने का अधिकार देता हूं। पिता परमेश्वर उसी अधिकार के साथ मैं दुष्ट आत्मा को डांटता हूं, निकले और जय यीशु मसीह के नाम में। गो फायर इन द नेम ऑफ जीसस क्राइस्ट, फायर इन द नेम ऑफ जीसस क्राइस्ट, गो इन द नेम ऑफ जीसस क्राइस्ट, यीशु मसीह के नाम में। हालेलुया, हालेलुया। ओ जीसस, तेरा धन्यवाद प्रभु यीशु मसीह नासरी। हर शैतानी आत्मा इनकी लाइफ को छोड़े, निकले और जय यीशु मसीह के नाम में, यीशु मसीह के नाम में। हालेलुया, इन द नेम ऑफ जीसस क्राइस्ट। प्यारे यीशु मसीह के नाम में मांगते हैं, आमीन। हालेलुया, हालेलुया। प्रेज द लॉर्ड, प्रेज द लॉर्ड। प्रभु यीशु मसीह मैं आपका धन्यवाद करता हूं। हालेलुया, 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 हालेलुया। प्रभु यीशु मसीह के सामर्थ्य नाम में मैं आपके साथ 1 मिनट हूँ। अगर कोई इमरजेंसी प्रार्थना है, कोई कराना चाहता है, आप कमेंट करो फेसबुक पे जाकर, मैं आपके लिए प्रार्थना कर सकता हूँ। उसके बाद हम समाप्ति करेंगे यीशु मसीह के सामर्थ्य नाम में, इन द नेम ऑफ जीसस क्राइस्ट। मेरा विश्वास है कि आप ब्लेस हो इन द नेम ऑफ जीसस क्राइस्ट। हालेलुया। एक भाई है जो पास्टर प्रवेश शामुअल लाहौर से, मैं प्रार्थना करता हूँ परमेश्वर आपको ब्लेस करे इन द नेम ऑफ जीसस क्राइस्ट। मेरा विश्वास है आप ब्लेस हो इन द नेम ऑफ जीसस क्राइस्ट, आमीन। हालेलुया। परमेश्वर का आत्मा आप लोगों की जिंदगियों में काम करें प्रभु यीशु मसीह के सामर्थ्य नाम में, और सब प्रभु यीशु मसीह के सामर्थ्य नाम में ब्लेस हो इन द नेम ऑफ जीसस क्राइस्ट। फिर मिलेंगे हम नेक्स्ट संडे यीशु मसीह के सामर्थ्य नाम में। मेरा विश्वास है तुसी ब्लेस हैं, थानू कोई शैतान, कोई रुकावट, कोई मुसीबत रोक नहीं सकती, कोई जादू टूना थानू रोक नहीं पावेगा। परमेश्वर थानू पानियां दे विचों और अग दे विचों दी लैके जाके थानू पवित्र जगह ते रखेगा इन द नेम ऑफ जीसस क्राइस्ट। यीशु मसीह सामर्थ्य नाम दे विच मेरे वालों जय मसीह सारिਆਂ ਨੂੰ, पास्टर डिप्टी सुपरन वालों मेरा विश्वास है तुसी ब्लेस हो यीशु मसीह नाम दे विच। गॉड ब्लेस यू, परमेश्वर थानू बरकत दे, आमीन। जय मसीह।